ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਇੱਕ ਵਾਰੀ ਫਿਰ ਮੈਂ ਹਾਜ਼ਰ ਹਾਂ ਖਾਸ ਪ੍ਰੋਗਰਾਮ ਲੈ ਕੇ ਅਤੇ ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਕਰਦੇ ਹਾਂ ਖਾਸ ਖਬਰਾਂ ਤੇ ਚਰਚਾ ਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਜੁੜੇ ਹੋਏ ਨੇ ਜਲੰਧਰ ਤੋਂ ਮੇਰੇ ਸਹਿਯੋਗੀ ਜਸਵੀਰ ਜੀ। ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਜਸਵੀਰ ਜੀ ਸਵਾਗਤ ਹੈ ਜੀ ਤੁਹਾਡਾ। बहुत बहुत शुक्रिया मनदीप जी और टीवी पंजाब देखने वाले तमाम व्यूअर्स ਨੂੰ सत श्री अकाल आदाब नमस्कार। ਜੀ ਜਸਵੀਰ ਜੀ ਹੰਸਰਾਜ ਦੇ ਗੀਤ ਵਾਂਗੂ ਪੰਜਾਬ ਵੱਲੋਂ ਅੱਜ ਥੋੜੀ ਜਿਹੀ ਸਿੱਲੀ ਹਵਾ ਆ ਰਹੀ ਹੈ। ਕਿਵੇਂ ਮੌਸਮ ਦਾ ਕੀ ਹਾਲ ਹੈ? ਮੌਸਮ ਦਾ ਹਾਲ ਇਹ ਹੈ ਜੀ ਕਿ ਸੌਣ ਮਹੀਨਾ ਤਾਂ ਤਕਰੀਬਨ ਸੁੱਕਾ ਲੰਘ ਗਿਆ ਹੈ, ਕਿਉਂਕਿ ਸੌਣ ਮਹੀਨੇ ਦੇ ਵਿੱਚ ਵੈਸੇ ਵਾਹਵਾ ਝੜੀਆਂ ਦੀ ਉਮੀਦ ਹੁੰਦੀ ਹੈ, ਪਰ ਇਸ ਵਾਰ ਸੌਣ ਮਹੀਨੇ ਦੇ ਵਿੱਚ ਝੜੀਆਂ ਨਹੀਂ ਲੱਗੀਆਂ। ਟਾਵਾਂ ਮੀਂਹ ਪਿਆ, ਭਾਦੋ ਵਾਂਗ ਬੰਨੇ ਨਾਲ ਬੰਨਾ ਛੱਡ ਕੇ ਮੀਂਹ ਪੈਂਦਾ ਰਿਹਾ। ਪਰ ਆ ਜਿਵੇਂ ਹੀ ਭਾਦੋ ਚੜਿਆ ਆ, ਚੜ੍ਹਦੇ ਸਾਰੀ ਜਿਹੜਾ ਆ ਉਹ ਬਾਰਿਸ਼ ਨੇ ਥੋੜਾ ਜਿਹਾ ਜ਼ੋਰ ਫੜਨਾ। ਕੱਲ ਵੀ ਮੀਂਹ ਪਿਆ, ਅੱਜ ਫੇਰ ਬੀਤੀ ਅੱਧੀ ਰਾਤ ਤੋਂ ਬਾਅਦ ਤੋਂ ਲਗਾਤਾਰ ਜਿਹੜਾ ਉਹ ਮੀਂਹ ਪੈ ਰਿਹਾ। ਕਹਿ ਸਕਦੇ ਕਿ ਝੜੀ ਲੱਗੀ ਹੋਈ ਆ ਤੇ ਸੁਹਾਵਣਾ ਵੀ ਹੋਇਆ ਆ। ਗਰਮੀ ਤੋਂ ਥੋੜੀ ਨਿਜਾਤ ਵੀ ਮਿਲ ਰਹੀ ਹੈ ਤੇ ਨਾਲ ਦੀ ਨਾਲ ਇਹ ਵੀ ਜ਼ਰੂਰ ਸਾਨੂੰ ਆਪਣੇ ਦਰਸ਼ਕਾਂ ਨੂੰ ਦੱਸਣਾ ਪਏਗਾ ਕਿ ਇਦਾਂ ਦੇ ਮੌਸਮ ਦੇ ਵਿੱਚ ਕਦੀ ਜਿਹੜਾ ਆ ਉਹ ਇੰਟਰਨੈਟ ਦੇ ਵਿੱਚ ਖਲਲ ਵੀ ਪੈਂਦਾ ਤੇ ਹੋ ਸਕਦਾ ਸਾਡੀ ਗੱਲਬਾਤ ਦੇ ਵਿੱਚ ਵੀ ਕਿਤੇ ਥੋੜੀ ਬਹੁਤੀ ਡਿਸਟਰਬੈਂਸ ਆਉਂਦੀ ਹੋਵੇ। ਮੈਨੂੰ ਲੱਗਦਾ ਕਿ ਸਾਡੇ ਦਰਸ਼ਕ ਜਿਹੜੇ ਇਸ ਗੱਲ ਨੂੰ ਸਮਝਣਗੇ ਵੀ ਤੇ ਸਾਡਾ ਸਾਥ ਵੀ ਦੇਣਗੇ। ਜੀ ਬਿਲਕੁਲ ਜ਼ਰੂਰ ਸਮਝਣਗੇ। ਖੈਰ ਖਬਰ ਆ ਰਹੀ ਹੈ ਕਿ ਇਸ ਸੁਹਾਵਣੇ ਮੌਸਮ ਦੇ ਵਿੱਚ ਕਰਫਿਊ ਲੱਗ ਗਿਆ ਜੀ ਇੱਕ ਵਾਰੀ ਫੇਰ। ਕੈਪਟਨ ਸਾਹਿਬ ਕਹਿੰਦੇ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ, ਤੁਸੀਂ ਘਰਾਂ 'ਚ ਰਹੋ ਤੇ ਪਕੌੜੇ ਕੱਢ ਕੇ ਘਰਾਂ 'ਚ ਖਾਓ, ਕਿਉਂਕਿ ਕੈਪਟਨ ਸਾਹਿਬ ਨੇ ਸਰਕਾਰ ਵੱਲੋਂ ਪੈਸੇ ਹੀ ਇੰਨੇ ਦੇ ਦਿੱਤੇ ਆ ਲੋਕਾਂ ਨੂੰ ਕਿ ਘਰੇ ਬੈਠੋ। ਜਿੱਦਾਂ ਕੈਨੇਡਾ ਦੀ ਸਰਕਾਰ ਨੇ ਦਿੱਤੇ ਸੀ ਨਾ ਕਿ ਲੋਕਡਾਊਨ ਦੇ ਵਿੱਚ ਤੁਸੀਂ ਬਾਹਰ ਨਹੀਂ ਨਿਕਲਣਾ ਤੇ ਤੁਸੀਂ ਜਿਹੜਾ ਤੁਹਾਡੇ ਖਰਚੇ ਅਸੀਂ ਚੁੱਕਾਂਗੇ, ਇਹਦਾ ਕੈਪਟਨ ਸਾਹਿਬ ਦੀ ਸਰਕਾਰ ਨੇ ਵੀ ਵਾਹਵਾ ਲੋਕਾਂ ਦੇ ਖਾਤਿਆਂ 'ਚ ਪੈਸੇ ਪਾਤੇ ਆ ਤੇ ਮੋਦੀ ਸਾਹਿਬ ਵਾਲੇ ਵੀ 15 ਲੱਖ ਜਿਹੜਾ ਉਹ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੇ ਖਾਤਿਆਂ ਦੇ ਵਿੱਚ ਤਾਂ ਆ ਚੁੱਕੇ ਆ। ਇਸ ਕਰਕੇ ਇਸ ਮੌਸਮ ਦੇ ਵਿੱਚ ਕਿਹਾ ਜਾ ਰਿਹਾ ਕਿ ਕਰੋਨਾ ਵਾਇਰਸ ਬਹੁਤ ਫੈਲ ਰਿਹਾ, ਇਸ ਕਰਕੇ ਘਰਾਂ 'ਚ ਰਹੋ। ਦਰਅਸਲ ਮਸਲਾ ਇਹ ਹੈ ਕਿ ਲੱਖ ਕੋਸ਼ਿਸ਼ਾਂ ਦੇ ਬਾਵਜੂਦ, ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾਉਣ ਦੇ ਬਾਵਜੂਦ ਵੀ ਕਰੋਨਾ ਵਾਇਰਸ ਦਾ ਫੈਲਾਅ ਜਿਹੜਾ ਹੈ ਉਹ ਨਾ ਮੁਲਕ 'ਚ ਰੁਕਦਾ ਨਜ਼ਰ ਆ ਰਿਹਾ, ਨਾ ਪੰਜਾਬ 'ਚ ਰੁਕਦਾ ਨਜ਼ਰ ਆ ਰਿਹਾ। ਆਏ ਦਿਨ 1000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਨੇ। ਆਏ ਦਿਨ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੀ ਲੋਕਾਂ ਦੀ ਮੌਤ ਹੋ ਰਹੀ ਹੈ। ਉਹ ਸਭ ਤੋਂ ਵੱਧ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਥੋੜੀ ਜਿਹੀ ਸਖਤੀ ਵਧਾਉਣ ਦੇ ਸੰਕੇਤ ਦਿੱਤੇ ਆ। ਹੁਣ ਉਹਨਾਂ ਸੰਕੇਤਾਂ ਨੂੰ ਹਕੀਕਤ ਦੇਣੀ ਸ਼ੁਰੂ ਕਰ ਦਿੱਤੀ ਆ। ਕੀ ਕੀਤਾ ਆ? ਸ਼ਨੀਵਾਰ ਤੇ ਐਤਵਾਰ ਸਖਤ ਲੋਕਡਾਊਨ ਦੀਆਂ ਹਦਾਇਤਾਂ ਦਿੱਤੀਆਂ ਔਰ ਕਹਿ ਦਿੱਤਾ ਕਿ ਸ਼ਹਿਰੀ ਇਲਾਕਿਆਂ ਦੇ ਵਿੱਚ ਜਿਹੜੀਆਂ ਦੁਕਾਨਾਂ ਆ, ਜਿਹੜੇ ਬਾਜ਼ਾਰ ਨੇ ਉਹ ਬੰਦ ਰਹਿਣਗੇ। ਗੈਰ ਜ਼ਰੂਰੀ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਖੋਲਣ ਦੀ ਇਜਾਜ਼ਤ ਨਹੀਂ ਹੋਏਗੀ। ਜ਼ਰੂਰੀ ਵਸਤਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਬਿਨਾਂ ਨਹੀਂ ਸਰ ਸਕਦਾ, ਉਹ ਦੁਕਾਨਾਂ ਹੀ ਸਿਰਫ ਤੇ ਸਿਰਫ ਖੋਲਣ ਦੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਜਾਏਗੀ। ਔਰ ਇਹ ਹੁਕਮ ਜਿਹੜਾ ਆ 31 ਅਗਸਤ ਤੱਕ ਰਹੇਗਾ। ਉਸ ਤੋਂ ਬਾਅਦ 31 ਅਗਸਤ ਨੂੰ ਦੇਖਿਆ ਜਾਏਗਾ ਕਿ ਕੀ ਪ੍ਰਸਥਿਤੀਆਂ ਕਾਬੂ ਦੇ ਵਿੱਚ ਆ ਗਈਆਂ। ਜੇ ਤਾਂ ਲੱਗਾ ਕਾਬੂ ਚ ਆਈਆਂ ਤੇ ਹੋ ਸਕਦਾ ਕਿ ਜਾਂ ਇਸੇ ਚੀਜ਼ ਨੂੰ ਅੱਗੇ ਕੈਰੀ ਕੀਤਾ ਜਾਵੇ ਜਾਂ ਫਿਰ ਫੈਸਲੇ ਦੇ ਵਿੱਚ ਕੁਝ ਬਦਲਾਅ ਕੀਤੇ ਜਾ ਸਕਦੇ, ਕੁਝ ਢਿੱਲਾਂ ਦਿੱਤੀਆਂ ਜਾ ਸਕਦੀਆਂ। ਪਰ ਜੇ ਨਾ ਬਦਲਾਅ ਆਏ ਤਾਂ ਹੋ ਸਕਦਾ ਇਦੋਂ ਵੱਧ ਸਖਤ ਕਦਮ ਚੁੱਕੇ ਜਾਂਦੇ। ਹੁਣ ਕੀਤਾ ਕੀ ਹੈ? 5 ਜ਼ਿਲ੍ਹੇ ਜਿਹੜੇ ਖਾਸ ਤੌਰ ਤੇ, ਇਹ 5 ਜ਼ਿਲ੍ਹੇ ਉਹ ਹੈ ਮਨਦੀਪ ਜੀ ਜਿੱਥੇ ਪੰਜਾਬ ਦੇ ਕੁੱਲ ਕੋਰੋਨਾ ਸੰਕਰਮਿਤ ਜਿਹੜੇ ਪੇਸ਼ੈਂਟ ਹੈਗੇ ਨੇ, ਮਰੀਜ਼ ਹੈਗੇ ਨੇ, ਉਹਨਾਂ ਦਾ 80% ਅੰਕੜਾ ਇਹਨਾਂ 5 ਸ਼ਹਿਰਾਂ ਦੇ ਵਿੱਚ ਹੈ। ਇਹਦੇ ਵਿੱਚ ਪਟਿਆਲੇ ਦਾ ਜ਼ਿਕਰ ਕੀਤਾ ਜਾ ਸਕਦਾ ਆ, ਜਲੰਧਰ ਦਾ ਜ਼ਿਕਰ ਕੀਤਾ ਜਾ ਸਕਦਾ, ਲੁਧਿਆਣੇ ਦਾ ਜ਼ਿਕਰ ਕੀਤਾ ਜਾ ਸਕਦਾ, ਅੰਮ੍ਰਿਤਸਰ ਹੈ, ਮੋਹਾਲੀ ਹੈ। ਇਹਨਾਂ 5 ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਸਖਤੀ ਲਾਗੂ ਕੀਤੀ ਗਈ ਹੈ। ਜਿੱਦਾਂ ਪਹਿਲਾਂ ਵਾਹਨਾਂ ਦੇ ਉੱਤੇ ਸਖਤੀ ਸੀਗੀ ਕਿ 3 ਸਵਾਰੀਆਂ ਤੋਂ ਵੱਧ ਕਾਰ ਦੇ ਵਿੱਚ ਨਹੀਂ ਬੈਠ ਸਕਣਗੀਆਂ, ਉਹੀ ਸਖਤੀ ਦੁਬਾਰਾ ਫੇਰ ਲਾਗੂ ਕਰ ਦਿੱਤੀ ਗਈ ਹੈ। ਡੀਸੀਜ਼ ਜਿਹੜੇ ਨੇ ਉਹਨਾਂ ਨੂੰ ਹੁਕਮ ਕਰ ਦਿੱਤਾ ਗਿਆ ਕਿ ਤੁਸੀਂ ਭਾਈ ਇਸ ਚੀਜ਼ ਨੂੰ ਦੇਖਣਾ ਆ ਕਿ ਇਹ ਜਿਹੜੇ ਹੁਕਮ ਆ ਇਹਨਾਂ ਨੂੰ ਸਹੀ ਤਰੀਕੇ ਨਾਲ ਜਿਹੜਾ ਉਹ ਲਾਗੂ ਕੀਤਾ ਜਾਵੇ। ਇਹਦੇ ਨਾਲ ਇਹ ਵੀ ਕਿਹਾ ਗਿਆ ਕਿ ਗੈਰ ਜ਼ਰੂਰੀ ਢੰਗ ਦੇ ਨਾਲ ਸੜਕਾਂ ਤੇ ਉਤਰਨ ਬਿਨਾਂ, ਲੋਕ ਆਉਣ ਬਿਨਾਂ, ਨਾਲ ਦੀ ਨਾਲ ਧਰਨੇ ਪ੍ਰਦਰਸ਼ਨਾਂ ਦੇ ਉੱਤੇ ਰੋਕ ਲਾ ਦਿੱਤੀ ਗਈ ਹੈ। ਮੈਨੂੰ ਲੱਗਦਾ ਕਿ ਇਹ ਰੋਕ ਤਾਂ ਕੈਪਟਨ ਸਾਹਿਬ ਨੇ ਆਪਣੇ ਫਾਇਦੇ ਲਈ ਲਾਈ ਹੈ, ਕਿਉਂਕਿ ਇਸ ਵੇਲੇ ਧਰਨੇ ਪ੍ਰਦਰਸ਼ਨ ਹੋ ਬਹੁਤ ਰਹੇ ਸੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੂੰ ਘੇਰਿਆ ਵਾਹਵਾ ਜਾ ਰਿਹਾ ਸੀਗਾ। ਅੱਜ ਦੇ ਦਿਨ ਜਾਣੀ ਕਿ ਕਿਉਂਕਿ ਅੱਜ ਸਵੇਰ ਆ ਇਸ ਵੇਲੇ ਭਾਰਤ ਦੇ ਵਿੱਚ, ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਵੱਖ-ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣੇ ਸਨ। ਜਲੰਧਰ ਦੇ ਵਿੱਚ ਅੱਜ ਦਾ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਸੀਗਾ ਤੇ ਕੱਲ ਜਿਵੇਂ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਾਬੰਦੀ ਲਾਤੀ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਉਹ ਧਰਨਾ ਪ੍ਰਦਰਸ਼ਨ ਜਿਹੜਾ ਉਹ ਕੈਂਸਲ ਕਰਤਾ, ਰੱਦ ਕਰ ਦਿੱਤਾ। ਸੋ ਇਹ ਫਾਇਦਾ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਰੂਰ ਹੋਇਆ। ਬਾਕੀ ਵਿਆਹ ਸ਼ਾਦੀਆਂ ਤੇ ਭੋਗ ਸਮਾਗਮਾਂ ਤੇ ਉਹੀ ਨਿਸ਼ਚਿਤ ਗਿਣਤੀ ਜਿਹੜੀ ਰੱਖੀ ਹੋਈ ਸੀਗੀ, ਉਸ ਨਿਸ਼ਚਿਤ ਗਿਣਤੀ ਦੇ ਮੁਤਾਬਕ ਹੀ ਜਿਹੜਾ ਇਕੱਠ ਹੋ ਪਾਵੇਗਾ।
ਕੁੱਲ ਮਿਲਾ ਕੇ ਥੋੜਾ ਦੁਬਾਰਾ ਫਿਰ ਅਸੀਂ ਲੋਕਡਾਊਨ ਵੱਲ ਨੂੰ ਵੱਧ ਰਹੇ ਹਾਂ। ਹੁਣ ਇਸ ਲੋਕਡਾਊਨ ਦੇ ਨਾਲ ਕਿੰਨਾ ਕੁ ਫਾਇਦਾ ਹੁੰਦਾ, ਕਿਉਂਕਿ ਪਹਿਲੇ ਲੋਕਡਾਊਨ ਨਾਲ ਕਿੰਨਾ ਫਾਇਦਾ ਹੋਇਆ ਉਹ ਸਾਡੇ ਸਾਹਮਣੇ ਆ, ਕਿੰਨਾ ਨੁਕਸਾਨ ਹੋਇਆ ਉਹ ਵੀ ਸਾਡੇ ਸਾਹਮਣੇ ਆ। ਤੇ ਇਹ ਜਿਹੜਾ ਕਿਸ਼ਤਾਂ ਦੇ ਵਿੱਚ ਲੋਕਡਾਊਨ ਲਾਇਆ ਜਾ ਰਿਹਾ, ਇਹਨਾਂ ਨਾਲ ਕਿੰਨਾ ਕੁ ਨਫਾ ਹੋ ਪਾਉਂਦਾ ਹੈ ਪੰਜਾਬ ਦੇ ਲੋਕਾਂ ਨੂੰ, ਕਿੰਨਾ ਕੁ ਕਰੋਨਾ ਵਾਇਰਸ ਤੋਂ ਅਸੀਂ ਬਚ ਪਾਉਂਦੇ ਹਾਂ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ। ਪਰ ਘੱਟੋ ਘੱਟ ਇੱਕ ਗੱਲ ਜ਼ਰੂਰ ਹੈ ਮਨਦੀਪ ਜੀ, ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸ਼ਾਇਦ ਸਿਰਫ ਇਹ ਮਹਿਸੂਸ ਕਰਦੇ ਨੇ ਕਿ ਕੱਲਾ ਇਕਲੌਤਾ ਲੋਕਡਾਊਨ ਹੀ ਕਰੋਨਾ ਵਾਇਰਸ ਦੇ ਫੈਲਾਅ ਦਾ ਇਲਾਜ ਹੈਗਾ, ਇਹਦੇ ਤੋਂ ਇਲਾਵਾ ਸਾਨੂੰ ਸ਼ਾਇਦ ਕੁਝ ਕਰਨ ਦੀ ਜ਼ਰੂਰਤ ਹੈ ਹੀ ਨਹੀਂ ਹੈ। ਜਦ ਕਿ ਲੋੜ ਇਸ ਗੱਲ ਦੀ ਹੈ ਕਿ ਥੋੜਾ ਜਿਹਾ ਉਹਨਾਂ ਮੁਲਕਾਂ ਵੱਲ ਜਾਂ ਉਹਨਾਂ ਸੂਬਿਆਂ ਵੱਲ ਦੇਖਿਆ ਜਾਵੇ ਜਿਨ੍ਹਾਂ ਨੇ ਕਰੋਨਾ ਵਾਇਰਸ ਦੇ ਫੈਲਾਅ ਦੇ ਉੱਤੇ ਥੋੜਾ ਬਹੁਤਾ ਵੀ ਕਾਬੂ ਪਾਇਆ ਹੈ, ਕਿ ਕਿਹੜੀਆਂ ਤਕਨੀਕਾਂ ਉਹਨਾਂ ਨੇ ਵਰਤੀਆਂ, ਕਿਹੜੇ ਤੌਰ ਤਰੀਕੇ ਵਰਤੇ ਗਏ। ਕਿਤੇ ਕੱਲੇ ਲੋਕਡਾਊਨ ਨਾਲ ਹੀ ਇਹ ਸਾਰਾ ਕੁਝ ਹੋ ਗਿਆ, ਜਾਂ ਲੋਕਡਾਊਨ ਦੇ ਨਾਲ ਨਾਲ ਹੋਰ ਕਦਮ ਵੀ ਇਹਤਿਆਤੀ ਉਠਾਏ ਗਏ ਸੀ ਜਿਨ੍ਹਾਂ ਨੇ ਇਸ ਵਾਇਰਸ ਦੇ ਫੈਲਾਅ ਨੂੰ ਜਿਹੜਾ ਉਹ ਰੋਕਿਆ ਆ। ਹੁਣ ਉਹ ਕੰਮ ਕੀਤੇ ਜਾ ਨਹੀਂ ਰਹੇ। ਲੋਕਡਾਊਨ ਜਿਹੜਾ ਉਹ ਸਖਤੀ ਨਾਲ ਲਾਗੂ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਹੁਣ ਇਹਦੇ ਨਾਲ ਨਫਾ ਕਿੰਨਾ ਹੁੰਦਾ ਆ, ਕਿੱਥੋਂ ਤੱਕ ਜਿਹੜੀ ਆ ਸਰਕਾਰ ਸਫਲ ਹੋ ਪਾਉਂਦੀ ਹੈ, ਇਹ ਪਤਾ ਲੱਗੇਗਾ 31 ਤਰੀਕ ਤੱਕ। ਤਕਰੀਬਨ ਜਿਹੜੇ ਰੋਜ਼ਾਨਾ ਮਰੀਜ਼ ਆ ਰਹੇ ਨੇ ਸਾਹਮਣੇ, ਉਹਨਾਂ ਦੀ ਮਿਕਦਾਰ ਕਿੰਨੀ ਵੱਧਦੀ ਹੈ ਤੇ ਕਿੰਨੀ ਘਟਦੀ ਹੈ, ਉਹ ਤੈਅ ਕਰੇਗੀ ਕਿ ਕੈਪਟਨ ਸਾਹਿਬ ਦਾ ਇਹ ਫੈਸਲਾ ਦਰੁਸਤ ਹੈ ਜਾਂ ਪਹਿਲੇ ਫੈਸਲਿਆਂ ਵਾਂਗ ਹੀ ਬਿਨਾਂ ਸੋਚੇ ਸਮਝੇ ਲਿਆ ਗਿਆ ਹੈ। ਜੀ ਜੀ ਬਿਲਕੁਲ। ਹਾਲਾਂਕਿ ਸਰਕਾਰ ਵੱਲੋਂ ਦਾਅਵੇ ਤਾਂ ਕੀਤੇ ਜਾ ਰਹੇ, ਪਰ ਲਗਾਤਾਰ ਕਰੋਨਾ ਪੀੜਤਾਂ ਦੀ ਜਿਹੜੀ ਆ ਉਹ ਗਿਣਤੀ ਵੱਧ ਰਹੀ ਆ। ਖੈਰ, ਰੁਕ ਕਰਦੇ ਆ ਅਗਲੀ ਖਬਰ ਦਾ। ਸੁਣਿਆ ਮੁਤਵਾਜ਼ੀ ਜਥੇਦਾਰ ਸਾਹਿਬ ਨੇ ਗਿਆਨੀ ਇਕਬਾਲ ਸਿੰਘ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ। ਬਿਲਕੁਲ, ਇਹ ਖਬਰ ਜਿਹੜੀ ਆ, ਕਿਉਂਕਿ ਕੱਲ ਬਕਾਇਦਾ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਕੀਤੀ ਸੀਗੀ, ਕਿਉਂਕਿ ਇੱਥੇ ਦੁਚਿੱਤੀ ਵੀ ਤਾਂ ਹੈਗੀ ਆ ਨਾ, ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਵੀ ਹੈਗੀਆਂ ਜਿਹੜੀਆਂ ਪੰਥ ਦੇ ਵਿੱਚ ਭਰਮ ਭੁਲੇਖੇ ਜਿਹੜੇ ਆ ਉਹ ਪੈਦਾ ਕਰਦੀਆਂ ਨੇ। ਕਿਉਂਕਿ ਸਾਡੇ ਕੋਲ ਜਿਹੜਾ ਆ ਉਹ ਕਿਸੇ ਕਿਸਮ ਦਾ ਕਹਿ ਸਕਦੇ ਕਿ ਨਾ ਤਾਂ ਇਤਿਹਾਸਕ ਦਸਤਾਵੇਜ਼ਾਂ ਦੇ ਵਿੱਚ, ਨਾ ਸਾਡੇ ਇਤਿਹਾਸ ਦੇ ਵਿੱਚ ਇੰਨੀ ਕਮੀ ਹੈ ਨਹੀਂ ਗੀ ਕਿ ਸਾਡੇ ਤੱਕ ਸਹੀ ਜਾਣਕਾਰੀ ਨਾ ਪਹੁੰਚ ਪਾਵੇ। ਬਹੁਤ ਕੁਝ ਆ। ਕਮੀ ਕਾਹਦੀ ਹੈ? ਇੱਕ ਲੀਡਰਸ਼ਿਪ ਦੀ ਦੁਚਿੱਤੀ ਹੈਗੀ ਆ, ਦੂਜਾ ਜਿਹੜਾ ਆ ਉਹ ਸਾਡੇ ਤੱਕ ਸਹੀ ਜਾਣਕਾਰੀ ਪਹੁੰਚਾਉਣ ਲਈ ਜਿਹੜੀਆਂ ਸੰਸਥਾਵਾਂ ਨੂੰ ਅਸੀਂ ਜ਼ਿੰਮੇਵਾਰੀ ਦਿੱਤੀ ਆ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਅਕਸਰ ਉੱਠਦੇ ਆ, ਉਹ ਇਮਾਨਦਾਰੀ ਦਿਆਨਤਦਾਰੀ ਨਾਲ ਕੰਮ ਕਰਦੀਆਂ ਨਜ਼ਰ ਨਹੀਂ ਆਉਂਦੀਆਂ, ਜਿਹਦਾ ਕਰਕੇ ਆਹ ਹਾਲਾਤ ਬਣਦੇ ਆ ਕਿ ਇੱਕ ਜਥੇਦਾਰ ਸਾਹਿਬ ਜਿਹੜੇ ਆ ਉਹ ਚੁੱਪ ਧਾਰ ਲੈਂਦੇ ਆ ਜਦੋਂ ਗਿਆਨੀ ਇਕਬਾਲ ਸਿੰਘ ਹੋਰੀ ਕਹਿੰਦੇ ਆ ਸਮਾਗਮ ਦੇ ਵਿੱਚ ਕਿ ਜਿਹੜੇ ਸਿੱਖ ਆ ਉਹ ਲਵ ਕੁਸ਼ ਦੀ ਵੰਸ਼ ਦੇ ਵਿੱਚੋਂ ਜਿਹੜੇ ਆ ਉਹ ਆਉਂਦੇ ਆ, ਤੇ ਉਸ ਤੋਂ ਬਾਅਦ ਜਿਹੜਾ ਆ ਉਹ ਬਕਾਇਦਾ ਰਾਮਾਇਣ ਦਾ ਵੀ ਜ਼ਿਕਰ ਉਹਨਾਂ ਵੱਲੋਂ ਕਿ ਇਹਨੂੰ ਪੜ੍ਹ ਲਿਆ ਜਾਵੇ। ਸਾਡੇ ਜਥੇਦਾਰ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਹੋਰੀ ਨੇ ਉਹ ਤਾਂ ਚੁੱਪੀ ਧਾਰੀ ਬੈਠੇ ਨੇ, ਬਹੁਤਾ ਕੋਈ ਤਿੱਖਾ ਬਿਆਨ ਦਿੰਦੇ ਨਹੀਂ ਆ, ਉਹਦੇ ਤੇ ਕਿੰਤੂ ਪ੍ਰੰਤੂ ਨਹੀਂ ਕਰਦੇ। ਪਰ ਮੁਤਵਾਜ਼ੀ ਜਥੇਦਾਰ ਜਿਹੜਾ ਉਹ ਸਿੱਧੇ ਤੌਰ ਤੇ ਇਹ ਗੱਲ ਕਰ ਦਿੰਦੇ ਆ, ਉਹ ਕਹਿੰਦੇ ਪਹਿਲਾਂ ਅਸੀਂ ਵਕਤ ਦਿੱਤਾ ਸੀਗਾ ਗਿਆਨੀ ਇਕਬਾਲ ਸਿੰਘ ਹੋਰਾਂ ਨੂੰ ਕਿ ਆਣ ਕੇ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਵੋ, ਆਪਣਾ ਸਪਸ਼ਟੀਕਰਨ ਦਿਓ, ਉਹਨਾਂ ਨੇ ਨਹੀਂ ਦਿੱਤਾ। 20 ਤਰੀਕ ਜਿਹੜਾ ਸਮਾਂ ਰੱਖਿਆ ਗਿਆ ਸੀਗਾ, ਕੱਲ ਉਹ ਪੇਸ਼ ਨਹੀਂ ਹੋਏ, ਇਸ ਕਰਕੇ ਉਹਨਾਂ ਨੂੰ ਜਿਹੜਾ ਉਹ ਪੰਥ ਦੇ ਵਿੱਚੋਂ ਅਸੀਂ ਛੇਕਦੇ ਹਾਂ, ਕੋਈ ਵੀ ਉਹਨਾਂ ਦੇ ਨਾਲ ਸਾਂਝ ਨਹੀਂ ਰੱਖੇਗਾ। ਨਾਲ ਇੱਕ ਫੈਸਲਾ ਹੋਰ ਲਿਆ ਗਿਆ। ਹੁਣ ਇੱਕ ਜਿਹੜੀ ਆ ਉਹ ਸਮਾਂ ਥੋੜਾ ਜਿਹਾ ਦਿੱਤਾ ਗਿਆ ਪ੍ਰਧਾਨ ਮੰਤਰੀ ਨੂੰ ਕਿ ਉਹਨਾਂ ਨੇ ਜਿਹੜਾ ਕਿਹਾ ਸੀਗਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾਇਣ ਲਿਖੀ ਸੀਗੀ, ਉਸ ਬਾਬਤ ਜਿਹੜਾ ਉਹ ਮਾਫੀ ਮੰਗਣ, ਕਿਉਂਕਿ ਉਹਨਾਂ ਨੇ ਗਲਤ ਬਿਆਨੀ ਕੀਤੀ ਹੈ, ਸਾਡੀਆਂ ਆਸਥਾਵਾਂ ਸਾਡੀਆਂ ਧਾਰਨਾਵਾਂ ਨੂੰ ਜਿਹੜਾ ਉਹ ਚੋਟ ਪਹੁੰਚਾਈ ਹੈ। ਇਸ ਕਰਕੇ 27 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ, ਅਗਸਤ ਤੱਕ। ਤਦ ਤੱਕ ਪ੍ਰਧਾਨ ਮੰਤਰੀ ਨੂੰ ਕਿਹਾ ਗਿਆ ਕਿ ਮਾਫੀ ਮੰਗਣ, ਵਰਨਾ ਉਹਦੇ ਤੋਂ ਬਾਅਦ ਜਿਹੜਾ ਹੈ ਉਹ ਅਗਲਾ ਫੈਸਲਾ ਇਸ ਬਾਬਤ ਲਿਆ ਜਾ ਸਕਦਾ। ਹੁਣ ਇਹ ਤਾਂ ਮੁਤਵਾਜ਼ੀ ਜਥੇਦਾਰ ਸਾਹਿਬ ਨੇ ਜਿਹੜਾ ਫੈਸਲਾ ਲਿਆ ਉਹ ਫੈਸਲਾ ਆ, ਪਰ ਮਸਲਾ ਕੀ ਹੈ ਅਸਲ 'ਚ? ਦੁਚਿੱਤੀ ਕਿੱਥੇ ਆ? ਦੁਚਿੱਤੀ ਇਹ ਆ ਕਿ ਇਸ ਵੇਲੇ ਸਿੱਖ ਕੌਮ, ਸਿੱਖ ਪੰਥ ਨੂੰ ਸਮਝ ਨਹੀਂ ਆ ਰਿਹਾ ਕਿ ਜਾਈਏ ਤੇ ਜਾਈਏ ਕਿਹੜੇ ਪਾਸੇ। ਜਥੇਦਾਰ ਸਾਹਿਬ ਜਿਹੜੇ ਨੇ ਉਹ ਮੁਤਵਾਜ਼ੀ ਜਥੇਦਾਰਾਂ ਨੂੰ ਮੰਨਿਆ ਜਾਵੇ, ਉਹਨਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇ, ਜਾਂ ਜਿਹੜੇ ਇਸ ਵੇਲੇ ਜਿਹੜੇ ਆ ਉਹ ਅਸਲ ਦੇ ਵਿੱਚ ਬੈਠੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤਖਤ ਦੇ ਉੱਤੇ, ਉੱਥੇ ਜਿਹੜੀ ਜਥੇਦਾਰੀ ਦੀ ਸੇਵਾ ਨਿਭਾ ਰਹੇ ਆ ਉਹਨਾਂ ਦੀ ਗੱਲ ਨੂੰ ਜਿਹੜਾ ਉਹ ਮੰਨਿਆ ਜਾਵੇ। ਸਿੱਖ ਪ੍ਰਚਾਰਕਾਂ ਦੇ ਵਿੱਚ ਜਿਹੜੇ ਅੱਧੇ ਇੱਕ ਪਾਸੇ ਨੇ, ਅੱਧੇ ਦੂਜੇ ਪਾਸੇ ਨੇ, ਇੱਕ ਧਿਰ ਨੂੰ ਮੰਨਿਆ ਜਾਵੇ ਅਸਲ ਸੱਚ, ਜਾਂ ਦੂਜੀ ਧਿਰ ਨੂੰ ਮੰਨਿਆ ਜਾਵੇ ਇਹ ਕਿ ਜਿਹੜੀਆਂ ਆ ਗਾਹੇ ਬਗਾਹੇ ਵਿਵਾਦਿਤ ਗੱਲਾਂ ਉੱਠਦੀਆਂ ਨੇ ਉਹਨਾਂ ਦਾ ਹੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਂ ਬਾਕੀ ਸਿੰਘ ਸਾਹਿਬਾਨ ਨੇ ਉਹਨਾਂ ਨੇ ਮਿਲ ਬੈਠ ਕੇ ਬੁੱਧੀਜੀਵੀਆਂ ਨਾਲ ਕਰਨਾ ਆ,
ਜਾਂ ਮੁਤਵਾਜ਼ੀ ਜਥੇਦਾਰਾਂ ਨੇ ਜਿਹੜੇ ਫੈਸਲੇ ਲੈਣੇ, ਜਿਹੜੀਆਂ ਗੱਲਾਂ ਕਰਨੀਆਂ, ਉਹਨਾਂ ਨੂੰ ਮੰਨਿਆ ਜਾਵੇ। ਸਿੱਖ ਕੌਮ ਲਈ ਇਸ ਵੇਲੇ ਦੁਚਿੱਤੀ ਇਹ ਸਥਿਤੀ ਜਿਹੜੀ ਆ ਉਹ ਬਣੀ ਹੋਈ ਹੈ। ਮਸਲਾ ਇਹ ਹੈ ਕਿ ਇੱਕੋ ਹੀ ਗੱਲ ਹੈ, ਗਿਆਨੀ ਇਕਬਾਲ ਸਿੰਘ ਹੋਰਾਂ ਨੇ ਬਿਆਨ ਦਿੱਤਾ, ਉਸ ਬਿਆਨ ਦਾ ਕਿੰਨਾ ਸੱਚ ਹੈ ਕਿੰਨਾ ਝੂਠ ਹੈ, ਸਾਡੇ ਕੋਲ ਕਿਤੇ ਬੁੱਧੀਜੀਵੀਆਂ ਦੀ ਕਮੀ ਤਾਂ ਹੈ ਨਹੀਂਗੀ। ਸਾਡੇ ਜਿਹੜੇ ਜਥੇਦਾਰ ਸਾਹਿਬਾਨ ਆ, ਕੀ ਉਹ ਗੁਰਬਾਣੀ ਤੋਂ, ਸਿੱਖ ਇਤਿਹਾਸ ਤੋਂ, ਜਾਂ ਜੋ ਕੁਝ ਹੋ ਵਾਪਰ ਚੁੱਕਾ ਆ ਉਹਦੇ ਤੋਂ ਕੋਰੇ ਨੇ, ਉਹਨੂੰ ਨਹੀਂ ਜਾਣਦੇ? ਉਹਦੇ ਹਿਸਾਬ ਨਾਲ, ਉਸ ਤਰਕ ਦੇ ਮੁਤਾਬਕ ਜਿਹੜੀ ਉਹ ਗੱਲ ਨਹੀਂ ਕਰ ਸਕਦੇ? ਜੇ ਸੱਚ ਆ ਇਹ ਸਾਰਾ ਕੁਝ ਤੇ ਲੋਕਾਂ ਦੇ ਸਾਹਮਣੇ ਕਹਿ ਦੇਣ ਕਿ ਭਾਈ ਸੱਚ ਹੈ, ਜੇ ਝੂਠ ਹੈ ਤੇ ਕਹਿ ਦੇਣ ਲੋਕਾਂ ਸਾਹਮਣੇ ਇਹ ਝੂਠ ਹੈ। ਮਸਲਾ ਇਹ ਹੈ ਕਿ ਇਹਨਾਂ ਦੀ ਚੁੱਪੀ ਜਾਂ ਚੁੱਪੀ ਦੇ ਵਿੱਚ ਦੂਜੀ ਧਿਰ ਦਾ ਜਿਹੜਾ ਆ ਉਹ ਆਪਣੇ ਵੱਲੋਂ ਫੈਸਲਾ ਲੈਣਾ, ਇਹ ਬਹੁਤ ਸਾਰੀਆਂ ਪ੍ਰਸਥਿਤੀਆਂ ਜਿਹੜੀਆਂ ਉਹ ਗੰਭੀਰ ਵੀ ਕਰ ਰਿਹਾ, ਚਿੰਤਾਜਨਕ ਵੀ ਕਰ ਰਿਹਾ, ਤੇ ਸਿੱਖ ਕੌਮ ਨੂੰ ਸਮਝ ਨਹੀਂ ਆਉਂਦਾ ਕਿ ਅਸਲ ਹਕੀਕਤ ਮੰਨੀਏ ਕਿਹਨੂੰ। ਕਿਉਂਕਿ ਗਿਆਨੀ ਇਕਬਾਲ ਸਿੰਘ ਹੋਰਾਂ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਬਕਾਇਦਾ ਤੱਥ ਰੱਖ ਦਿੱਤੇ। ਉਹ ਕਹਿੰਦੇ ਮੇਰੇ ਤੱਥ ਆ, ਮੈਂ ਇਹਨਾਂ ਦੇ ਮੁਤਾਬਕ ਗੱਲ ਕਰਦਾ। ਤੇ ਫਿਰ ਭਾਈ ਜੇ ਲੱਗਦਾ ਤੁਹਾਨੂੰ ਉਹ ਗਲਤ ਬੋਲ ਰਿਹਾ ਗਿਆਨੀ ਇਕਬਾਲ ਸਿੰਘ, ਤੱਥ ਤੁਹਾਡੇ ਕੋਲ ਵੀ ਹੋਣੇ ਚਾਹੀਦੇ ਆ, ਕਿਉਂਕਿ ਸੱਚ ਦੇ ਕੋਲ ਤਾਂ ਤੱਥ ਜ਼ਿਆਦਾ ਹੁੰਦੇ ਆ, ਝੂਠ ਕੋਲ ਤੱਥ ਘੱਟ ਹੁੰਦੇ ਆ। ਝੂਠ ਦੇ ਤੱਥਾਂ ਦੀ ਕਾਟ ਕੀਤੀ ਜਾ ਸਕਦੀ ਹੈ, ਸੱਚ ਦੇ ਤੱਥਾਂ ਦੀ ਕਾਟ ਨਹੀਂ ਕੀਤੀ ਜਾ ਸਕਦੀ। ਸੋ ਇਸ ਕਰਕੇ ਬੇਸ਼ੱਕ ਛੇਕ ਦਿੱਤਾ ਗਿਆ ਪੰਥ ਦੇ ਵਿੱਚੋਂ, ਹੁਣ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਆਓ, ਹੋ ਸਕਦਾ ਕਿ ਉਹਨਾਂ ਨੂੰ ਲੱਗਾ ਹੋਵੇਗਾ ਕਿ ਮੈਂ ਵੀ ਤਾਂ ਭਾਈ ਤਖਤ ਦਾ ਜਥੇਦਾਰ ਰਹਿ ਚੁੱਕਾ ਆ, ਤੇ ਇਸ ਕਰਕੇ ਆ ਮੁਤਵਾਜ਼ੀ ਜਥੇਦਾਰਾਂ ਦੇ ਅੱਗੇ ਮੈਂ ਤਾਂ ਪੇਸ਼ ਨਹੀਂ ਹੁੰਦਾ, ਬਾਕੀ ਕਿਹੜਾ ਇਹਨਾਂ ਨੂੰ ਮੰਨਦੇ ਆ, ਮੈਂ ਵੀ ਨਹੀਂ ਮੰਨਾਂਗਾ। ਥੋੜੇ ਲੋਕ ਮੰਨਦੇ ਆ, ਜਿੰਨੇ ਲੋਕ ਮੰਨਦੇ ਉਹਨਾਂ ਨੂੰ ਮੰਨੀ ਜਾਣ ਦਿਓ। ਮੈਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਦੋਂ ਸੱਦਣਗੇ ਮੈਂ ਉਦੋਂ ਜਾਵਾਂਗਾ। ਇਹ ਹੋ ਸਕਦਾ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਸ ਵੇਲੇ ਬੜੀਆਂ ਅਜੀਬੋ ਗਰੀਬ ਤਰੀਕੇ ਨਾਲ ਚੱਲਦੀਆਂ ਪਈਆਂ। ਮੈਨੂੰ ਲੱਗਦਾ ਕਿ ਥੋੜਾ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ, ਭੁੱਖ ਪੜਤਾਲ ਕਰਨ ਦੀ ਜ਼ਰੂਰਤ ਹੈ ਇਹਦੇ ਬਾਰੇ, ਕਿ ਇੱਕ ਸਿੱਖ ਦੇ ਵਾਸਤੇ ਕਿਸੇ ਤਰੀਕੇ ਦੀ ਦੁਚਿੱਤੀ ਵਾਲੀ ਸਥਿਤੀ ਜਿਹੜੀ ਆ ਉਹ ਨਾ ਬਣੇ। ਕਿਹਨਾਂ ਕਰਕੇ? ਸਾਡੇ ਇਹਨਾਂ ਆਗੂਆਂ ਦਾ ਕਰਕੇ, ਸਾਡੇ ਸਿੱਖ ਪ੍ਰਚਾਰਕਾਂ ਦਾ ਕਰਕੇ, ਜਾਂ ਸਾਡੇ ਕਿਸੇ ਉਹੋ ਜਿਹੇ ਆਗੂ ਦੀ ਬਿਆਨਬਾਜ਼ੀ ਦਾ ਕਰਕੇ, ਜਿਹੜੀ ਬਿਆਨਬਾਜ਼ੀ ਜਿਹੜੀ ਆ ਉਹ ਨਾ ਅੱਗੇ ਰੱਖਦੀ ਆ ਨਾ ਪਿੱਛੇ ਰੱਖਦੀ ਆ, ਸਾਨੂੰ ਵਿੱਚ ਵਿਚਕਾਰ ਜਿਹੜੀ ਆ ਤ੍ਰਿਸ਼ੰਕੂ ਵਾਂਗੂ ਲਟਕਾਈ ਰੱਖਦੀ ਆ। ਸੋ ਉਸ ਸਾਰੀ ਪਰਿਸਥਿਤੀ ਤੋਂ ਬਚਣ ਦੇ ਲਈ ਸਾਨੂੰ ਥੋੜਾ ਜਿਹਾ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ। ਤਾਂ ਹੀ ਮੈਨੂੰ ਲੱਗਦਾ ਕਈ ਹਾਲਾਤਾਂ ਦੇ ਵਿੱਚ ਸਹੀ ਟਿਕਾਣੇ ਦੇ ਵਿੱਚ ਤੇ ਸਹੀ ਸੇਧ ਦੇ ਵਿੱਚ ਜਿਹੜਾ ਅਸੀਂ ਕੌਮ ਨੂੰ ਜਿਹੜਾ ਉਹ ਲਿਜਾ ਸਕਦੇ। ਤੇ ਇਹ ਕੰਮ ਕਿਹਨਾਂ ਨੇ ਕਰਨਾ? ਨਾ ਤੁਸੀਂ ਕਰਨਾ ਮਨਦੀਪ ਜੀ, ਨਾ ਕੰਮ ਮੈਂ ਕਰਨਾ ਆ। ਇਹ ਕੰਮ ਕਰਨਾ ਆ ਸਾਡੇ ਜਿਹੜੇ ਸੁਪਰੀਮ ਕੋਰਟ ਕਹਿੰਦੇ ਆ ਅਸੀਂ ਜਿਹਨੂੰ, ਸਿੱਖਾਂ ਦੀ, ਸ਼੍ਰੀ ਅਕਾਲ ਤਖਤ ਸਾਹਿਬ, ਉਹਦੇ ਜਥੇਦਾਰ ਨੇ ਕਰਨਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰਨਾ, ਉਹ ਸਿੱਖ ਜਥੇਬੰਦੀਆਂ ਜਿਨ੍ਹਾਂ ਤੋਂ ਅਸੀਂ ਉਮੀਦ ਰੱਖਦੇ ਹਾਂ, ਉਹ ਸਿੱਖ ਪ੍ਰਚਾਰਕ ਜਿਨ੍ਹਾਂ ਤੋਂ ਅਸੀਂ ਉਮੀਦ ਰੱਖਦੇ ਹਾਂ ਕਿ ਇਹ ਸਹੀ ਸੇਧ ਸਾਨੂੰ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣਗੇ, ਉਹਨਾਂ ਨੂੰ ਥੋੜਾ ਜਿਹਾ ਨਿੱਠ ਕੇ ਕੰਮ ਕਰਨਾ ਪਏਗਾ। ਹੋ ਸਕਦਾ ਹੈ ਫਿਰ ਉਸ ਤੋਂ ਬਾਅਦ ਇਦਾਂ ਦੇ ਵਿਵਾਦ ਕੱਲ ਭਵਿੱਖ ਦੇ ਵਿੱਚ ਪੈਦਾ ਨਾ ਹੋਣ, ਵਰਨਾ ਇੱਥੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਤਾਕਤਾਂ ਇਦਾਂ ਦੀਆਂ ਹੈਗੀਆਂ ਜਿਹੜੀਆਂ ਵਿਵਾਦ ਪੈਦਾ ਕਰਕੇ ਆਪਣੇ ਸਵਾਰਥ ਹੱਲ ਕਰਨ ਦੇ ਵੱਲ ਲੱਗੀਆਂ ਹੋਈਆਂ, ਜਿਹੜੀਆਂ ਚਾਹੁੰਦੀਆਂ ਆ, ਚਾਹੇ ਉਹ ਘੱਟ ਗਿਣਤੀ ਹੈ, ਚਾਹੇ ਉਹ ਦਲਿਤ ਹੈ, ਉਹਨਾਂ ਦੇ ਵਿੱਚ ਇਦਾਂ ਦੇ ਭਰਮ ਭੁਲੇਖੇ ਪੈਦਾ ਕੀਤੇ ਜਾਣ, ਵਿਵਾਦ ਪੈਦਾ ਕੀਤੇ ਜਾਣ, ਤੇ ਉਹਨਾਂ ਵਿਵਾਦਾਂ ਦਾ ਲਾਹਾ ਨਾ ਸਿਰਫ ਸਿਆਸੀ ਤੌਰ ਤੇ ਲਿਆ ਜਾਵੇ, ਬਲਕਿ ਸਮਾਜਿਕ ਤਾਣਾ ਬਾਣਾ ਜਿੱਦਾਂ ਦਾ ਬਣਾਉਣ ਦੀ ਕੋਸ਼ਿਸ਼ ਇੱਥੇ ਮੁਲਕ ਦੇ ਵਿੱਚ ਇਸ ਸਮੇਂ ਕੀਤੀ ਜਾ ਰਹੀ ਹੈ। ਜਿਸ ਤਰੀਕੇ ਨਾਲ ਬਹੁ ਗਿਣਤੀ ਆਪਣੇ ਆਪ ਨੂੰ ਇੱਥੇ ਸਥਾਪਿਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੀ ਹੋਈ ਹੈ ਕਿ ਭਾਈ ਉਹ ਬਹੁ ਗਿਣਤੀ ਦੇ ਤਰੀਕੇ ਨਾਲ ਹੀ ਇੱਥੇ ਸਰਕਾਰਾਂ ਚੱਲਣਗੀਆਂ, ਸਮਾਜਿਕ ਸਿਸਟਮ ਚੱਲੇਗਾ, ਸੱਭਿਆਚਾਰਕ ਸਿਸਟਮ ਚੱਲੇਗਾ, ਧਾਰਮਿਕ ਰਹੁ ਰੀਤਾਂ ਚੱਲਣਗੀਆਂ। ਫਿਰ ਉਹ ਸਾਰਾ ਕੁਝ ਉਹਨਾਂ ਨੂੰ ਕਰਨ ਦੇ ਵਿੱਚ ਸੁਖਾਲਾ ਹੁੰਦਾ ਤੇ ਉਹਨਾਂ ਨੇ ਕਰਨਾ ਹੀ ਕਰਨਾ। ਇਸ ਕਰਕੇ ਸੰਭਲਣ ਦੀ ਜ਼ਰੂਰਤ ਕਿਹਨਾਂ ਨੂੰ ਹੈ? ਸੰਭਲਣ ਦੀ ਜ਼ਰੂਰਤ ਸਾਨੂੰ ਆ, ਕਿਉਂਕਿ ਕਹਿੰਦੇ ਹੁੰਦੇ ਨਾ ਕਿ ਆਪਣਾ ਸਮਾਨ ਤੇ ਆਪਣਾ ਘਰ ਜੇ ਆਪ ਸਾਂਭ ਲਈਏ ਨਾ ਤੇ ਕਿਸੇ ਨੂੰ ਚੋਰ ਕਹਿਣ ਦੀ ਲੋੜ ਪੈਂਦੀ ਨਹੀਂ ਹੋ। ਇਸ ਕਰਕੇ ਸਾਨੂੰ ਆਪਣਾ ਘਰ ਆਪ ਸਾਂਭਣਾ ਪਏਗਾ, ਫਿਰ ਗੱਲ ਜਿਹੜੀ ਆ ਉਹ ਅੱਗੇ ਚੱਲੇਗੀ। ਜੀ ਜੀ ਬਿਲਕੁਲ, ਮੇਰੇ ਖਿਆਲ ਨਾਲ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਉਸੇ ਗੱਲ ਦੇ ਤਹਿਤ ਹੀ ਗੱਲ ਆਉਂਦੀ ਹੈ ਕਿ ਚਾਹੇ ਕੋਈ ਵੀ ਖੇਤਰ ਹੋਵੇ, ਲੀਡਰਸ਼ਿਪ ਜਿਹੜੀ ਆ ਉਹ ਕਿਸੇ ਵੀ ਖੇਤਰ 'ਚ ਪੰਜਾਬ ਨੂੰ ਕਾਫੀ ਦਹਾਕਿਆਂ ਤੋਂ ਉਸ ਤਰ੍ਹਾਂ ਦੀ ਨਹੀਂ ਮਿਲੀ ਆ ਜਿਹੜੀ ਉਹਨੂੰ ਕਿਸੇ ਉਸਾਰੂ ਕਿਸੇ ਪੱਧਰ ਵੱਲ ਲੈ ਕੇ ਜਾਵੇ। ਤਾਂ ਹੀ ਸ਼ਾਇਦ ਇਹ ਇੰਨੀ ਵੱਡੀ ਪੱਧਰ ਤੇ ਉਹ ਪੰਜਾਬ ਤੋਂ ਪ੍ਰਵਾਸ ਹੋ ਰਿਹਾ, ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਵਿਦੇਸ਼ਾਂ 'ਚ ਆ ਕੇ ਰੁਲ ਰਹੇ ਆ, ਔਰ ਬਹੁਤ ਸਾਰੀਆਂ ਜਿਹੜੀਆਂ ਕੀਮਤੀ ਜਾਨਾਂ ਆ। ਹਾਲਾਂਕਿ ਕਈ ਵਾਰ ਜਦੋਂ ਇਹੋ ਜਿਹੀ ਖਬਰ ਸਾਹਮਣੇ ਆਉਂਦੀ ਹੈ ਤਾਂ ਕਾਫੀ ਦੁੱਖ ਆਉਂਦਾ ਕਿ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਪੰਜਾਬ ਵਿੱਚ ਵੀ ਜਾ ਕੇ ਰੁਲਦੀ ਹੈ,
ਔਰ ਜਦੋਂ ਬਾਹਰ ਆਉਂਦੀ ਹੈ ਤਾਂ ਕਈ ਵਾਰ ਇੱਥੇ ਵੀ ਇਹੋ ਜਿਹੇ ਹਾਲਾਤ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਕਿ ਇੱਥੇ ਆ ਕੇ ਵੀ ਉਹਨਾਂ ਦੀਆਂ ਕੀਮਤੀ ਜਾਨਾਂ ਜਿਹੜੀਆਂ ਉਹ ਭੰਗਦੇ ਭੜੇ ਜਾਂਦੀਆਂ। ਬਿਲਕੁਲ, ਲੀਡਰਸ਼ਿਪ ਨੇ ਤਾਂ ਡੋਬਿਆ ਆ ਪੰਜਾਬ ਨੂੰ। ਲੀਡਰਸ਼ਿਪ ਦਾ ਜੀ, ਕਰਕੇ ਤੇ ਆਹ ਹਾਲ ਹੋਇਆ ਕਿਉਂਕਿ ਚੰਗਾ ਲੀਡਰ ਮਿਲਿਆ ਨਹੀਂ। ਲੀਡਰ ਜਦੋਂ ਅਸੀਂ ਲੀਡਰ ਕਹਿੰਦੇ ਆ ਤੇ ਲੀਡਰ ਦਾ ਮਤਲਬ ਇਹ ਥੋੜੀ ਹੁੰਦਾ ਕਿ ਚਿੱਟਾ ਕੁੜਤਾ ਪਜਾਮਾ ਪਾ ਲਿਆ, ਕੁਰਸੀ ਤੇ ਬਹਿ ਗਿਆ ਤੇ ਜਾਂ ਮੁੱਛਾਂ ਤੇ ਹੱਥ ਫੇਰ ਲਿਆ ਜਾਂ ਬੋਦੇ 'ਚ ਹੱਥ ਫੇਰ ਲਿਆ ਤੇ ਲੋਕਾਂ ਸਾਹਮਣੇ ਟੌਰ ਬਣਾ ਕੇ ਬੈਠ ਗਿਆ। ਲੀਡਰ ਉਹ ਥੋੜੀ ਹੁੰਦਾ ਆ। ਲੀਡਰ ਜੀ, ਆਲੇ ਦੁਆਲੇ ਸਿਕਿਉਰਿਟੀ ਵਾਲੇ ਰੱਖ ਕੇ, ਲਾਲ ਬੱਤੀਆਂ ਲਾ ਕੇ ਤੇ ਹੂਟਰ ਵਜਾਉਂਦਾ ਨਿਕਲਦਾ, ਉਹ ਲੀਡਰ ਥੋੜੀ ਹੁੰਦਾ। ਲੀਡਰ ਦਾ ਮਤਲਬ ਹੁੰਦਾ ਲੀਡ ਕਰਨਾ, ਅਗਵਾਈ ਕਰਨਾ। ਜੇ ਤੁਸੀਂ ਅਗਵਾਈ ਠੀਕ ਤਰੀਕੇ ਨਾਲ ਕਰਦੇ ਆ ਤਾਂ ਜਿਨ੍ਹਾਂ ਨੂੰ ਤੁਸੀਂ ਲੀਡ ਕਰਦੇ ਆ, ਜਿਨ੍ਹਾਂ ਦੇ ਤੁਸੀਂ ਲੀਡਰ ਹੁੰਦੇ ਆ ਤੇ ਉਹਨਾਂ ਨੂੰ ਤਰੱਕੀ ਵੱਲ ਨੂੰ ਲੈ ਕੇ ਜਾਂਦੇ ਆ। ਤੇ ਜੇ ਤੁਸੀਂ ਲੀਡ ਠੀਕ ਤਰੀਕੇ ਨਾਲ ਨਹੀਂ ਕਰਦੇ, ਖੂਹ ਖਾਤੇ 'ਚ ਹੀ ਸੁੱਟੋਗੇ ਤੇ ਪੰਜਾਬ ਨੂੰ ਖੂਹ ਖਾਤੇ 'ਚ ਸੁੱਟਣ ਦੀ ਕੋਸ਼ਿਸ਼ ਸਾਡੇ ਲੀਡਰਾਂ ਨੇ ਭਰਪੂਰ ਕੀਤੀ ਆ। ਕਹਿ ਸਕਦੇ ਆ ਕਿ ਬਚ ਬਚਾ ਹੋ ਜਾਂਦਾ ਕਿਸੇ ਤਰੀਕੇ ਨਾਲ, ਪਰ ਪਰਿਸਥਿਤੀਆਂ ਜਿਹੜੀਆਂ ਉਹ ਬਹੁਤ ਗੰਭੀਰ ਹੋਈਆਂ। ਹੁਣ ਨੌਜਵਾਨੀ ਦੀ ਗੱਲ ਤੁਸੀਂ ਕਰਦੇ ਹੋ। ਪੰਜਾਬ ਦੀ ਨੌਜਵਾਨੀ ਕਿਸੇ ਸਮੇਂ ਕਹਿੰਦੀ ਕਹਾਉਂਦੀ ਹੁੰਦੀ ਸੀਗੀ, ਗੱਭਰੂਆਂ ਦੀ ਗੱਲ ਹੁੰਦੀ ਸੀਗੀ, ਮੁਟਿਆਰਾਂ ਦੀ ਗੱਲ ਹੁੰਦੀ ਸੀਗੀ, ਦੁੱਧ ਮੱਖਣਾਂ ਨਾਲ ਪਲੀਆਂ ਜਵਾਨੀਆਂ ਦੀ ਗੱਲ ਹੁੰਦੀ ਸੀਗੀ। ਤੇ ਹੁਣ ਕਾਹਦੀ ਗੱਲ ਹੁੰਦੀ ਆ? ਇਹ ਤਾਂ ਜੀ ਉੜਤਾ ਪੰਜਾਬ ਹੈ। ਇੱਥੇ ਦੇ ਨੌਜਵਾਨ ਤਾਂ ਚਿੱਟਾ ਖਾਂਦੇ ਆ, ਇੱਥੇ ਦੇ ਨੌਜਵਾਨ ਤਾਂ ਦਾਰੂ 'ਚ ਡੁੱਬੇ ਰਹਿੰਦੇ ਆ, ਇੱਥੇ ਦੇ ਨੌਜਵਾਨ ਤਾਂ ਵਿਦੇਸ਼ ਜਾਣ ਦੇ ਵਿੱਚ ਹਮੇਸ਼ਾ ਦੌੜ ਲੱਗੀ ਰਹਿੰਦੀ ਆ। ਹੁਣ ਇਸ ਚੀਜ਼ ਲਈ ਆ, ਪਹਿਲਾਂ ਫੌਜ 'ਚ ਸਾਡੇ ਜਵਾਨ ਜਾਂਦੇ ਸੀ, ਹੁਣ ਉੱਥੇ ਸਿਲੈਕਸ਼ਨ ਕਰਨ ਲੱਗੇ ਆ ਸਾਡੇ ਨੌਜਵਾਨਾਂ ਨੂੰ ਕਿਨਾਰੇ ਤੇ ਕਰ ਦਿੱਤਾ ਜਾਂਦਾ ਕਿਉਂਕਿ ਪਹਿਲਾਂ ਸ਼ੱਕ ਹੀ ਉਹ ਇਹ ਰੱਖਦੇ ਆ ਕਿ ਪਤਾ ਨਹੀਂ ਨਸ਼ਾ ਕਰਦਾ ਹੋਣਾ। ਸੋ ਬਹੁਤ ਜੀ, ਸਾਰੀਆਂ ਚੀਜ਼ਾਂ ਜਿਹੜੀਆਂ ਪਰਿਸਥਿਤੀਆਂ ਬੜੀਆਂ ਗੰਭੀਰ ਨੇ। ਤੇ ਸਮੱਸਿਆ ਇਹ ਵੀ ਹੈ ਮਨਦੀਪ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਕੱਲੀ ਇੱਥੇ ਹੀ ਨੌਜਵਾਨੀ ਜਿਹੜੀ ਆ ਉਹ ਦਿੱਕਤਾਂ ਦਾ ਸਾਹਮਣਾ ਨਹੀਂ ਕਰ ਰਹੀ। ਜੇ ਇੱਥੋਂ ਪਲਾਇਨ ਕਰਕੇ ਕਿਸੇ ਹੋਰ ਮੁਲਕ 'ਚ ਜਾਂਦੀ ਹੈ ਉੱਥੇ ਵੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਦੀ ਹੈ। ਪਰਿਸਥਿਤੀਆਂ ਕਿਹੋ ਜਿਹੀਆਂ ਨੇ, ਹਾਲਾਤ ਕਿਹੋ ਜਿਹੇ ਬਣਦੇ ਨੇ, ਕਾਰਨ ਕੀ ਬਣਦੇ ਨੇ ਤੇ ਉਹ ਹਾਲਾਤ ਤੇ ਕਾਰਨਾਂ ਕਰਕੇ ਉਹ ਕਿੱਥੋਂ ਤੱਕ ਕਦਮ ਉਠਾ ਲੈਂਦੇ। ਮੇਰਾ ਖਿਆਲ ਹੈ ਕਿ ਜ਼ਿਕਰ ਕਰਨਾ ਬਣਦਾ। ਜੋ ਖਬਰ ਮੇਰੇ ਤੱਕ ਪਹੁੰਚੀ ਹੈ, ਕੈਨੇਡਾ ਦੀ ਧਰਤੀ ਤੇ ਸਾਡੇ ਜਿਹੜੇ ਪੰਜਾਬੀ ਨੌਜਵਾਨ ਆ ਕਿਸ ਤਰੀਕੇ ਨਾਲ ਜਿਹੜਾ ਜਾਨਾਂ ਗਵਾ ਰਿਹਾ। ਆਪਾਂ ਪਿਛਲੇ ਦਿਨੀ ਗੱਲ ਕੀਤੀ ਸੀ ਕਿ ਜਿਹੜੀਆਂ ਨਦੀਆਂ ਨੇ, ਜਿਹੜੇ ਦਰਿਆ ਨੇ, ਜਿਹੜੇ ਪਾਣੀਆਂ ਦੇ ਵਹਾਅ ਦੇ ਵਿੱਚ ਰੁੜ ਕੇ ਸਾਡੇ ਨੌਜਵਾਨ ਜਿਹੜੇ ਆ ਉਹ ਆਪਣੀਆਂ ਜਾਨਾਂ ਗਵਾ ਰਹੇ ਆ। ਇਹਦੇ ਨਾਲ ਨਾਲ ਕੁਝ ਖਬਰਾਂ ਇਦਾਂ ਦੀਆਂ ਵੀ ਨਿਕਲ ਕੇ ਆ ਰਹੀਆਂ ਨੇ ਕਿ ਮਾਨਸਿਕ ਪਰਿਸਥਿਤੀਆਂ ਪਤਾ ਨਹੀਂ ਕਿਹੋ ਜਿਹੀਆਂ ਬਣ ਰਹੀਆਂ ਨੇ ਕਿ ਸਾਡੇ ਨੌਜਵਾਨ ਜਿਹੜੇ ਉੱਥੇ ਖੁਦਕੁਸ਼ੀਆਂ ਦੇ ਰਾਹ ਵੀ ਤੁਰੇ ਹੋਏ ਆ। ਜੀ ਬਿਲਕੁਲ। ਹਰ ਸਾਲ ਮੇਰੇ ਖਿਆਲ ਨਾਲ ਘੱਟੋ ਘੱਟ ਹੀ ਤਾਂ ਜਿਹੜਾ ਡਾਟਾ ਹੈ ਸਰਕਾਰਾਂ ਵੱਲੋਂ ਜਾਰੀ ਕੀਤਾ ਜਾਂਦਾ ਤੇ ਤਕਰੀਬਨ 1.5 ਲੱਖ ਦੇ ਕਰੀਬ ਜਿਹੜੇ ਸਟੂਡੈਂਟ ਹੁੰਦੇ ਆ ਉਹ ਇਕੱਲੇ ਭਾਰਤ ਤੋਂ ਜਿਹੜੇ ਆ ਪੜ੍ਹਨ ਆਉਂਦੇ ਆ ਕੈਨੇਡਾ ਵਿੱਚ। ਤੇ ਉਹਦੇ ਵਿੱਚੋਂ ਜਿਹੜੇ ਵੱਧ ਤੋਂ ਵੱਧ 60 ਤੋਂ 70% ਸਟੂਡੈਂਟ ਹੁੰਦੇ ਆ ਉਹ ਪੰਜਾਬੀ ਹੁੰਦੇ ਆ। ਸੋ ਹਰ ਸਾਲ ਇੰਨੀ ਵੱਡੀ ਪੱਧਰ ਤੇ ਉਹ ਸਿਰਫ ਇਸੇ ਕਰਕੇ ਆਉਂਦੇ ਆ ਕਿ ਇੱਥੇ ਆ ਕੇ ਆਪਣਾ ਭਵਿੱਖ ਬਣਾਉਣਗੇ। ਪਰ ਇੱਥੋਂ ਬੜੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਆ। ਬੀਤੇ ਦਿਨ ਜਿਹੜੀ ਮੈਂ ਤਾਜ਼ੀ ਖਬਰ ਸਾਂਝੀ ਕਰਾਂ ਕਿ ਇੱਕ 20-22 ਸਾਲ ਦਾ ਨੌਜਵਾਨ ਸੀ, 12ਵੀਂ ਕਰਕੇ ਇਹ ਕੈਨੇਡਾ ਆਇਆ ਸੀ। ਪੰਜਾਬ ਵਿੱਚ ਦੱਸਿਆ ਜਾਂਦਾ ਕਿ ਸਮਰਾਲੇ ਲਾਗੇ ਕੋਈ ਮੰਜਾਲੀ ਖੁਰਦ ਪਿੰਡ ਸੀ ਉਸ ਨੌਜਵਾਨ ਦਾ। ਵਿਸ਼ਾਲ ਉਸਦਾ ਨਾਮ ਸੀ ਤੇ ਉਹਨੇ ਬਰੈਂਪਟਨ ਦੇ ਵਿੱਚ ਜਿਹੜਾ ਵਾ ਫਾਹਾ ਲਾ ਕੇ ਜਿਹੜੀ ਖੁਦਕੁਸ਼ੀ ਕਰ ਲਈ। ਇਸ ਤੋਂ ਕੁਝ ਕੁ ਦਿਨ ਪਹਿਲਾਂ ਤਕਰੀਬਨ 10 ਦਿਨ ਪਹਿਲਾਂ ਇੱਕ ਮੌਂਟਰੀਅਲ ਤੋਂ ਖਬਰ ਸਾਹਮਣੇ ਆਈ ਸੀ ਕਿ ਇੱਕ 20 ਸਾਲ ਦੀ ਕੁੜੀ ਜਿਹੜੀ ਆਪਣੇ 18ਵੇਂ ਸਾਲ ਦੇ ਵਿੱਚ ਕੈਨੇਡਾ ਆਈ ਸੀ, 2 ਸਾਲ ਹੋ ਗਏ ਸੀ ਆਈ ਨੂੰ, ਉਹਨੇ ਵੀ ਇੱਥੇ ਖੁਦਕੁਸ਼ੀ ਕਰ ਲਈ। ਸੋ ਇਹ ਖੁਦਕੁਸ਼ੀਆਂ ਦੇ ਹਾਲਾਂਕਿ ਇਹ 2 ਮਾਮਲੇ ਇਹ ਤਾਂ ਦੱਸ ਰਹੇ ਕਿ ਬਿਲਕੁਲ ਤਾਜ਼ੇ ਮਾਮਲੇ ਆ। ਹਰ ਸਾਲ ਇਹੋ ਜਿਹੀਆਂ ਖੁਦਕੁਸ਼ੀਆਂ ਹੁੰਦੀਆਂ। ਹਾਲਾਂਕਿ ਜਿਹੜੀ ਇੱਥੇ ਦੀ ਪੁਲਿਸ ਹੈ ਉਹ ਇਸ ਤਰ੍ਹਾਂ ਇਹਨਾਂ ਮਾਮਲਿਆਂ ਬਾਰੇ ਜਾਣਕਾਰੀ ਨਹੀਂ ਦਿੰਦੀ ਕਿਉਂਕਿ ਕਈ ਤਰ੍ਹਾਂ ਦੇ ਪ੍ਰਾਈਵੇਸੀ ਫੈਕਟਰ ਹੁੰਦੇ ਆ। ਇਹ ਗੱਲਾਂ ਅਕਸਰ ਇਹੋ ਜਿਹੀਆਂ ਪਰਿਵਾਰਾਂ ਵੱਲੋਂ ਨਿਕਲ ਕੇ ਸਾਹਮਣੇ ਆਉਂਦੀਆਂ ਕਿ ਸਾਡੇ ਬੱਚੇ ਨੇ ਆਹ ਕੰਮ ਕਰ ਲਿਆ। ਸੋ ਕਿਤੇ ਨਾ ਕਿਤੇ ਜਿਹੜੇ ਮਾਨਸਿਕ ਪਰੇਸ਼ਾਨੀ ਹੈ ਕਿਉਂਕਿ ਬੱਚੇ ਜਿਹੜੇ ਅੱਜ ਕੱਲ੍ਹ ਆ ਰਹੇ ਨੇ, ਜੋ ਹੁਣ ਸਰਕਾਰ ਦੇ ਨਿਯਮ ਦੇ ਕਿ 12ਵੀਂ ਜਿਹੜਾ ਪਾਸ ਬੱਚਾ ਆ ਉਹ ਵੀ ਆਈਲੈਟਸ ਕਰਕੇ ਇੱਥੇ ਆ ਸਕਦਾ ਗ੍ਰੈਜੂਏਸ਼ਨ ਲਈ। ਸੋ ਉਹਦੀ ਉਮਰ ਕਿਤੇ ਨਾ ਕਿਤੇ ਉਹੀ ਹੁੰਦੀ ਆ। ਕਈ ਵਾਰ ਤਾਂ 17 ਸਾਲ ਦਾ ਬੱਚਾ ਵੀ ਆ ਜਾਂਦਾ, ਐਵਰੇਜ ਹੁੰਦੀ ਆ 18, 19, 20 ਸਾਲ ਦੇ ਵੀ ਆ ਜਾਂਦੇ ਆ। ਸੋ ਕਿਤੇ ਨਾ ਕਿਤੇ ਇੱਕ ਅਲੱਗ ਉਮਰ ਹੁੰਦੀ ਆ ਤੇ ਇੱਥੇ ਆ ਕੇ ਜਿਹੜਾ ਇੱਕਦਮ ਕਈ ਵਾਰੀ ਬਹੁਤ ਔਖੀਆਂ ਪਰਿਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ। ਨਾਲ ਫੀਸਾਂ ਵੀ ਦੇਣੀਆਂ ਪੈਂਦੀਆਂ ਜੀ ਕਿਉਂਕਿ ਜਿਹੜੇ ਇੱਥੇ ਦੇ ਇੰਟਰਨੈਸ਼ਨਲ ਸਟੂਡੈਂਟ ਆ ਇਹਨਾਂ ਨੂੰ ਤਕਰੀਬਨ ਦੁੱਗਣੀ ਫੀਸ ਦੇਣੀ ਪੈਂਦੀ ਆ ਜਿਹੜੇ ਇੱਥੇ ਦੇ ਬੱਚੇ ਆ। ਤੇ ਉਸ ਤੋਂ ਇਲਾਵਾ ਜਿਹੜਾ ਵਾ ਹੋਰ ਬਹੁਤ ਸਾਰੇ ਕਾਰਨ ਹੁੰਦੇ ਆ। ਕਈ ਵਾਰ ਕੰਮ ਨਹੀਂ ਮਿਲਦਾ, ਕਈ ਵਾਰੀ ਕੰਮ ਦੇ ਵਿੱਚ ਸ਼ੋਸ਼ਣ ਵੀ ਹੁੰਦਾ, ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ। ਕਈ ਵਾਰੀ ਪਰਿਵਾਰ ਤੋਂ ਦੂਰ ਰਹਿਣ ਦਾ ਤਜਰਬਾ ਨਹੀਂ ਹੁੰਦਾ। ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਇਕੱਠੀਆਂ ਹੋ ਕੇ ਕਈ ਵਾਰ ਪਤਾ ਨਹੀਂ ਇਹੋ ਜਿਹੀ ਸੋਚ ਇਹਨਾਂ ਜਾਂ ਇਹੋ ਜਿਹੀ ਗੱਲ ਇਹਨਾਂ ਨੌਜਵਾਨਾਂ ਦੇ ਦਿਮਾਗ 'ਚ ਕੌਣ ਪਾ ਦਿੰਦਾ ਕਿ ਸ਼ਾਇਦ ਜੇ ਅਸੀਂ ਹੁਣ ਇਹ ਖੁਦਕੁਸ਼ੀ ਕਰ ਲਈਏ ਤਾਂ ਸਾਡੀਆਂ ਸਮੱਸਿਆਵਾਂ ਦਾ ਹੱਲ ਹੋ ਜਾਊਗਾ, ਸਾਰਾ ਕੁਝ ਖਤਮ ਹੋ ਜਾਊਗਾ ਜਾਂ ਇਹੀ ਖਾਲਿਆ
ਸੋ ਹੂੰ। ਇਸ ਤਰ੍ਹਾਂ ਦੀਆਂ ਜਿੱਥੇ ਕੁਝ ਨੌਜਵਾਨਾਂ ਦੀਆਂ ਲਾਪਰਵਾਹੀਆਂ ਕਰਕੇ ਜਾਨਾਂ ਜਾਂਦੀਆਂ ਨੇ, ਪਾਣੀ 'ਚ ਡੁੱਬਣ ਕਰਕੇ ਜਾਂ ਸੜਕ ਹਾਦਸੇ ਹੁੰਦੇ ਨੇ, ਕਿਉਂਕਿ ਬੀਤੇ ਦਿਨੀਂ ਹੁਣ ਜਦੋਂ ਗਰਮੀਆਂ ਆਉਂਦੀਆਂ ਨੇ ਤਾਂ ਏਦਾਂ ਡੁੱਬਣ ਕਰਕੇ ਜਿਹੜੇ ਆ ਉਹ ਜਾਨਾਂ ਜਾਂਦੀਆਂ। ਹੁਣ ਜਦੋਂ ਅੱਗੇ ਸਰਦੀਆਂ ਆਉਣਗੀਆਂ ਤਾਂ ਜਦੋਂ ਇੱਥੇ ਸਨੋ ਪੈਂਦੀ ਆ, ਬਰਫ਼ ਪੈਂਦੀ ਆ ਤਾਂ ਫਿਰ ਸੜਕ ਹਾਦਸੇ ਹੁੰਦੇ ਨੇ। ਬੀਤੇ ਸਿਆਲ ਵੀ ਕਈ ਨੌਜਵਾਨਾਂ ਦੀਆਂ ਮੌਤਾਂ ਹੋਈਆਂ, ਕਈਆਂ ਦੇ ਹਾਦਸੇ ਹੋਏ, ਜ਼ਖਮੀ ਹੋਏ ਤੇ ਉਸ ਤੋਂ ਇਲਾਵਾ ਫਿਰ ਇਹ ਖੁਦਕੁਸ਼ੀਆਂ ਕਰਦੇ ਆ। ਸੋ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਏਦਾਂ ਦੇ ਮਾਮਲੇ ਸਾਹਮਣੇ ਆਉਂਦੇ ਆ, ਜਿਹੜੇ ਦਿਲ ਨੂੰ ਝੰਜੋੜਦੇ ਆ ਤੇ ਕਾਰਨ ਪਿੱਛੇ ਕੁਝ ਜਾਨਾਂ ਜਿਹੜੀਆਂ ਜਾਂਦੀਆਂ ਉਹਨਾਂ ਪਿੱਛੇ ਕਾਰਨ ਲਾਪਰਵਾਹੀਆਂ ਹੁੰਦੀਆਂ ਤੇ ਕੁਛ ਜਿਹੜੇ ਹੁੰਦੇ ਹਾਦਸੇ ਵੀ ਹੁੰਦੇ ਆ। ਕਈ ਵਾਰੀ ਕੰਮ ਤੇ ਵੀ ਇਹੋ ਜਿਹੇ ਹਾਦਸੇ ਵਾਪਰੇ ਆ, ਜਾਂ ਕੁਝ ਜਿਹੜੇ ਨੌਜਵਾਨ ਟਰੱਕ ਚਲਾਉਂਦੇ ਸੀ, ਉਹ ਵੀ ਵਿਦਿਆਰਥੀ ਆਏ ਹੋਏ ਸੀ, ਉਹਨਾਂ ਨਾਲ ਵੀ ਇਹੋ ਜਿਹੇ ਹਾਦਸੇ ਵਾਪਰੇ ਆ। ਤੇ ਉਸ ਤੋਂ ਉੱਪਰੋਂ ਹੁਣ ਜਿਹੜੀਆਂ ਖੁਦਕੁਸ਼ੀ ਦੀਆਂ ਖਬਰਾਂ ਆ ਰਹੀਆਂ, ਕਿਤੇ ਨਾ ਕਿਤੇ ਜਿਹੜਾ ਵਾ ਉਹੀ ਗੱਲ ਜਿਹੜੀ ਪਹਿਲਾਂ ਆਪਾਂ ਕਰਕੇ ਹਟੇ ਆ ਕਿ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਇਸ ਵਕਤ ਇਹ ਤਰਾਸਦੀ ਚੱਲ ਰਹੀ ਆ ਕਿ ਆਪਣੇ ਮੁਲਕ ਵਿੱਚ ਜੇ ਉਹਨੂੰ ਨਸ਼ੇ ਮਾਰ ਰਹੇ ਨੇ, ਸਰਕਾਰ ਦਾ ਸਿਸਟਮ ਮਾਰਿਆ ਤੇ ਇੱਥੇ ਆ ਕੇ ਕਿਤੇ ਨਾ ਕਿਤੇ ਕਈ ਵਾਰੀ ਉਹ ਦਬਾਅ ਨਹੀਂ ਝੱਲ ਪਾਉਂਦੇ, ਜਿੱਦਾਂ ਦਬਾਅ ਆਉਂਦਿਆਂ ਪੈ ਜਾਂਦਾ। ਇੱਥੇ ਕਈ ਵਾਰੀ ਉਹ ਅਲੜ ਉਮਰ ਹੁੰਦੀ ਆ, ਉਸ ਉਮਰ ਦੇ ਵਿੱਚ ਹੱਲੇ ਜੀ। ਉਹ ਸੋਚ ਜਾਂ ਉਹ ਇੱਛਾ ਸ਼ਕਤੀ ਜੀਣ ਦੀ ਇੰਨੀ ਪੱਕੀ ਨਹੀਂ ਹੁੰਦੀ, ਜਿਹਦੇ ਚੱਲਦਿਆਂ ਇਹ ਜਿਹੜੀਆਂ ਹਾਦਸੇ ਵਾਪਰ ਜਾਂਦੇ ਆ। ਖੈਰ ਪੰਜਾਬ ਦੀ ਦੁਬਾਰਾ ਗੱਲ ਕਰਦੇ ਜੀ, ਬਿਜਲੀ ਸਮਝੌਤੇ ਪੰਜਾਬ ਦੀ ਸਿਆਸਤ ਬਹੁਤ ਵੱਡਾ ਮੁੱਦਾ ਰਹੇ ਨੇ। ਹੁਣ ਸਰਿਆ ਕਿ ਇਸ ਬਿਜਲੀ ਸਮਝੌਤੇ ਬਾਰੇ ਕੋਈ ਨਵੇਂ ਤੱਥ ਨਿਕਲ ਕੇ ਸਾਹਮਣੇ ਆਏ ਨੇ? ਇਹ ਬਹੁਤ ਵੱਡਾ ਮਸਲਾ ਵੀ ਹੈ, ਸਿੱਧੇ ਤੌਰ ਤੇ ਪੰਜਾਬ ਦੇ ਲੋਕਾਂ ਨਾਲ ਵੀ ਜੁੜਿਆ ਹੋਇਆ, ਔਰ ਸਿਆਸਤ ਇਹਦੇ ਤੇ ਕਿਸ ਕਦਰ ਭਖੀ ਮਗੀ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮਗਣ ਦੀ ਉਮੀਦ ਹੈ, ਇਸ ਗੱਲ ਦਾ ਅਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹਾਂ। ਕਿਉਂਕਿ ਇਹਨਾਂ ਬਿਜਲੀ ਸਮਝੌਤਿਆਂ ਨੂੰ ਲੈ ਕੇ ਪਿਛਲਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੀ, ਉਹਦੇ ਵਿੱਚ ਖਾਸਾ ਕਾਟੋ ਕਲੇਸ਼ ਹੋਇਆ ਸੀਗਾ, ਖਾਸੀ ਤੂੰ ਮੈਂ ਜਿਹੜੀ ਆ ਉਹ ਹੋਈ ਸੀ। ਵਿਰੋਧੀ ਧਿਰਾਂ ਨੇ ਵਾਰ-ਵਾਰ ਇਹ ਮੰਗ ਉਠਾਈ ਸੀ, ਜਿਹਦੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਗੱਲ ਕਹੀ ਸੀਗੀ ਕਿ ਮੈਂ ਵਾਈਟ ਪੇਪਰ ਲੈ ਕੇ ਆਵਾਂਗਾ ਬਿਜਲੀ ਸਮਝੌਤਿਆਂ ਦੇ ਉੱਤੇ। ਉਹ ਵਾਈਟ ਪੇਪਰ ਤਾਂ ਆਇਆ ਨਹੀਂ, ਉਹ ਕਲੀਨ ਪੇਪਰ ਹੀ ਆਇਆ ਸੀਗਾ, ਉਹਦੇ ਤੇ ਕੁਝ ਨਹੀਂ ਲਿਖਿਆ ਸੀਗਾ। ਤੇ ਫਿਰ ਕਿਹਾ ਗਿਆ ਨਹੀਂ, ਅਸੀਂ ਇਹਨੂੰ ਕਰਦੇ ਪਏ, ਇਹਦੇ ਤੇ ਕੰਮ ਹੋ ਰਿਹਾ ਆ, ਆਉਣ ਵਾਲੇ ਇਜਲਾਸ ਦੇ ਵਿੱਚ ਅਸੀਂ ਵਾਈਟ ਪੇਪਰ ਜਿਹੜਾ ਉਹ ਲੈ ਕੇ ਆਵਾਂਗੇ। ਅਜੇ ਇਹਦੇ ਤੇ ਤਿਆਰੀ ਜਿਹੜੀ ਆ ਉਹ ਚੱਲਦੀ ਪਈ ਆ, ਭੁੱਖ ਪੜਤਾਲ ਚੱਲਦੀ ਪਈ ਹੈ। ਤੇ ਇਸ ਵਾਰ ਤਾਂ ਆ ਇਜਲਾਸ ਜਿਹੜਾ ਹੈ ਹੀ ਇੱਕ ਦਿਨ ਦਾ ਫਿਲਹਾਲ, ਇਹਦੇ ਵਿੱਚ ਵਾਈਟ ਪੇਪਰ ਆਉਣ ਦੀ ਤਾਂ ਉਮੀਦ ਜਿਹੜੀ ਆ ਉਹ ਘੱਟ ਹੀ ਰੱਖਣੀ ਚਾਹੀਦੀ, ਕਿਉਂਕਿ ਹੋਰ ਬੜੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਹੋਣੀ ਲਾਜ਼ਮੀ ਬਣੀ ਹੋਈ ਆ। ਪਰ ਇਸ ਸਭ ਦੇ ਦਰਮਿਆਨ ਜਿਹੜਾ ਉਹ ਪੰਜਾਬੀ ਟ੍ਰਿਬਿਊਨ ਦੀ ਇੱਕ ਖਬਰ ਹੈ, ਚਰਨਜੀਤ ਭੁੱਲਰ ਹੋਰਾਂ ਨੇ ਇੱਕ ਰਿਪੋਰਟ ਛਾਪੀ ਹੈ। ਉਸ ਰਿਪੋਰਟ ਦੇ ਮੁਤਾਬਕ ਜਿਹੜਾ ਆ ਜਿਹੜੇ ਐਡਵੋਕੇਟ ਜਨਰਲ ਨੇ ਪੰਜਾਬ ਦੇ, ਉਹਨਾਂ ਦੀ ਇੱਕ ਸਲਾਹ ਜਿਹੜੀ ਹੈ, ਕਾਨੂੰਨੀ ਸਲਾਹ ਜਿਹੜੀ ਹੈ, ਉਹ ਥੋੜੀ ਜਿਹੀ ਬਾਹਰ ਨਿਕਲੀ ਹੈ ਕਿ ਸਰਕਾਰ ਨੂੰ ਬਿਜਲੀ ਸਮਝੌਤਿਆਂ ਸੰਬੰਧੀ ਉਹਨਾਂ ਨੇ ਫਰਵਰੀ ਮਹੀਨੇ ਦੇ ਵਿੱਚ ਜਿਹੜੀ ਹੈ ਇੱਕ ਸਲਾਹ ਦਿੱਤੀ ਸੀਗੀ। ਔਰ ਉਹ ਸਲਾਹ ਜਿਹੜੀ ਹੈ ਉਹ ਇਹ ਦੱਸਦੀ ਹੈ ਕਿ ਉਸ ਸਲਾਹ ਦੇ ਮੁਤਾਬਕ ਪੰਜਾਬ ਦੇ ਵਿੱਚ ਜਿਹੜੇ ਬਿਜਲੀ ਸਮਝੌਤੇ ਹੋਏ ਆ, PPP ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਜਿਹੜੇ ਇਹ ਸਮਝੌਤੇ ਹੋਏ ਆ, ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਹੋਇਆ, ਉਹ ਪਾਵਰ ਪਰਚੇਜ਼ ਐਗਰੀਮੈਂਟ ਦੇ ਵਿੱਚ ਪੰਜਾਬ ਲਈ ਮਹਿੰਗੀ ਬਿਜਲੀ ਖਰੀਦਣ ਤੇ ਇਸ ਮਹਿੰਗੀ ਬਿਜਲੀ ਦਾ ਬੋਝ ਪੰਜਾਬ ਦੇ ਲੋਕਾਂ ਦੇ ਉੱਤੇ ਪਾਉਣ ਦੇ ਲਈ ਜਿੱਥੇ ਪਿਛਲੀ ਸਰਕਾਰ ਦੇ ਨੁਮਾਇੰਦੇ ਜ਼ਿੰਮੇਵਾਰ ਆ, ਉੱਥੇ ਹੀ ਨਾਲ ਦੀ ਨਾਲ ਇਹ ਵੀ ਗੱਲ ਕੀਤੀ ਗਈ ਹੈ ਕਿ ਇਹਦਾ ਵੱਡਾ ਬੋਝ ਜਾਂ ਵੱਡਾ ਕਾਰਨ ਜਿਹੜਾ ਬਣੇ ਨੇ ਉਹ ਸਰਕਾਰੀ ਅਫਸਰ ਬਣੇ ਨੇ। ਉਹਨਾਂ ਵੱਡੇ ਸਰਕਾਰੀ ਅਫਸਰਾਂ ਨੇ ਆਪਣੇ ਪੱਧਰ ਤੇ ਫੈਸਲੇ ਕੁਝ ਤਬਦੀਲ ਕੀਤੇ, ਆਪਣੇ ਪੱਧਰ ਤੇ ਕੁਝ ਟਰਮਸ ਜਿਹੜੀਆਂ ਨੇ ਇਹੋ ਜਿਹੀਆਂ ਅਖਤਿਆਰ ਕੀਤੀਆਂ ਜਿਨ੍ਹਾਂ ਦੇ ਨਾਲ ਜਿਹੜਾ ਉਹ ਪੰਜਾਬ ਨੂੰ ਇਹ ਬਿਜਲੀ ਜਿਹੜੀ ਆ ਉਹ ਮਹਿੰਗੀ ਪਈ ਹੈ। ਆਉਣ ਵਾਲੇ ਸਮੇਂ 'ਚ ਇਹਨਾਂ ਸਮਝੌਤਿਆਂ ਦਾ ਕਰਕੇ ਇਹਨਾਂ ਸਰਕਾਰੀ ਅਫਸਰਾਂ ਦੀ ਆਪਣੀ ਜਿਹੜੀ ਫੈਸਲਾ ਲੈਣ ਦੀ ਜਿਹੜੀ ਨੀਤੀ ਸੀਗੀ, ਉਹਦਾ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ 300 ਕਰੋੜ ਸਾਲਾਨਾ ਦਾ ਬੋਝ ਪੰਜਾਬ ਦੇ ਆਮ ਖਪਤਕਾਰਾਂ ਦੇ ਸਿਰ ਪਵੇਗਾ। ਇਹ ਐਡਵੋਕੇਟ ਜਨਰਲ ਦੀ ਜਿਹੜੀ ਸਲਾਹ ਆ, ਕਾਨੂੰਨੀ ਸਲਾਹ ਆ, ਉਹਦੇ ਤੋਂ ਖੁਲਾਸਾ ਹੋਇਆ। ਇਹਦੇ ਨਾਲ ਨਾਲ ਜਿਹੜਾ ਬਿਜਲੀ ਵਿਭਾਗ ਦਾ ਇੱਕ ਮੁੱਖ ਇੰਜੀਨੀਅਰ ਆ ਜਿਹੜਾ ਪ੍ਰੈਕਟਿਸ ਦਾ, ਉਹਦੀ ਵੀ ਇੱਕ ਗੁਪਤ ਰਿਪੋਰਟ ਪਤਾ ਲੱਗਾ ਹੈ ਕਿ ਸਾਹਮਣੇ ਆਈ ਆ। ਉਸ ਗੁਪਤ ਰਿਪੋਰਟ ਦੇ ਮੁਤਾਬਕ ਵੀ ਦੱਸਿਆ ਗਿਆ ਕਿ ਕਿਵੇਂ ਜਿਹੜਾ ਆ, ਵੈਸੇ ਤਾਂ ਜਿਹੜੀ ਪੰਜਾਬ ਦੀ ਕੋਲ ਖਾਨ ਹੈਗੀ ਹੈ ਝਾਰਖੰਡ ਦੇ ਵਿੱਚ ਬਿਜਲੀ ਵਿਭਾਗ ਦੀ, ਜੇ ਉੱਥੋਂ ਕੋਲਾ ਲਿਆ ਜਾਂਦਾ ਤੇ ਸਸਤੀ ਪੈਣੀ ਸੀ। 20 ਤੋਂ ਲੈ ਕੇ 25 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਪੰਜਾਬ ਦੇ ਲੋਕਾਂ ਨੂੰ ਸਸਤੀ ਪੈਣੀ ਸੀ ਜੇ ਉੱਥੋਂ ਕੋਲਾ ਖਰੀਦਿਆ ਜਾਂਦਾ। ਪਰ ਕੀ ਕੀਤਾ ਗਿਆ? ਕੋਲਾ ਉੱਥੋਂ ਨਹੀਂ ਖਰੀਦਿਆ ਗਿਆ, ਕੋਲ ਇੰਡੀਆ ਤੋਂ ਮਹਿੰਗਾ ਕੋਲਾ ਖਰੀਦਿਆ ਗਿਆ, ਜਿਹਦਾ ਸਿੱਧਾ ਬੋਝ ਜਿਹੜਾ ਉਹ ਖਪਤਕਾਰਾਂ ਦੇ ਉੱਤੇ ਪਿਆ, ਕਿਉਂਕਿ ਬਿਜਲੀ ਮਹਿੰਗੀ ਆਈ।
ਇਹਦੇ ਨਾਲ ਹੁਣ ਤੱਕ ਜਿਹੜਾ ਆ ਉਹ ਕੁੱਲ ਮਿਲਾ ਕੇ ਜਿਹੜਾ ਆ ਉਹ 3683 ਕਰੋੜ ਰੁਪਈਆ ਹੁਣ ਤੱਕ 3683 ਕਰੋੜ ਰੁਪਈਆ ਵੱਧਾ ਰੁੱਝਾ ਜਿਹੜੇ ਆ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਦੇ ਚੁੱਕੇ ਆ। ਕਿਉਂ? ਕਿਉਂਕਿ ਉਹਨਾਂ ਦੇ ਨਾਲ ਫਿਕਸ ਕਰਕੇ ਅਸੀਂ ਬਿਜਲੀ ਖਰੀਦੀ ਉਹਨਾਂ ਤੋਂ ਕਿ ਭਾਵੇਂ ਤੁਹਾਡੀ ਇੰਨੀ ਬਿਜਲੀ ਦੀ ਲਾਗਤ ਹੋਵੇ ਤੇ ਭਾਵੇਂ ਨਾ ਹੋਵੇ, ਅਸੀਂ ਵੱਧੇ ਰੁੱਧੇ ਤੁਹਾਨੂੰ ਇੰਨੇ ਪੈਸੇ ਦੇ ਦੇਣੇ ਆ। ਤੇ ਉਸੇ ਕਰਕੇ ਜਿਹੜਾ ਆ ਉਹ ਵਾਧੂ ਪੈਸਾ ਤਕਰੀਬਨ 3683 ਕਰੋੜ ਰੁਪਇਆ ਸੀ ਦੇ ਚੁੱਕੇ ਆ। ਔਰ ਕੁੱਲ ਮਿਲਾ ਕੇ ਗੱਲ ਕਰ ਲਈਏ ਕਿ ਇਹਦੇ ਵਿੱਚ ਇੱਕ ਹੋਰ ਘੁੰਡੀ ਨਿਕਲ ਕੇ ਸਾਹਮਣੇ ਆਈ ਹੈ ਕਿ 2006 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ, 2000 ਮੈਗਾਵਾਟ ਪਲਾਂਟ ਲਾਉਣ ਲਈ ਜਿਹੜਾ ਆ ਉਹ ਗੱਲ ਚੱਲੀ ਸੀਗੀ। ਉਹ 2000 ਮੈਗਾਵਾਟ ਪਲਾਂਟ ਦੇ ਲਈ ਲਗਭਗ ਜਿਹੜਾ ਆ ਉਹ ਗੱਲ ਚੱਲੀ ਤੇ ਉਹ ਬਿਜਲੀ ਜਿਹੜੀ ਸੀ ਉਹ ਸਸਤੀ ਮਿਲਣੀ ਸੀਗੀ। ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਟਰਮ ਜਿਹੜੀ ਸੀਗੀ ਉਸ ਦਰਮਿਆਨ ਜਿਹੜੀ ਬਿਜਲੀ ਦੀ ਖਰੀਦ ਜਾਂ ਪਾਵਰ ਪ੍ਰੋਜੈਕਟ ਲਾਉਣ ਦੀ ਜਿਹੜੀ ਗੱਲ ਚੱਲੀ ਸੀਗੀ। ਪਰ ਉਹਦੇ ਤੋਂ ਬਾਅਦ ਕੀ ਹੋਇਆ? ਉਹਦੇ ਤੋਂ ਬਾਅਦ 7 ਦੇ ਵਿੱਚ ਜਿਹੜਾ ਆ ਉਹ ਗੱਠਜੋੜ ਦੀ ਸਰਕਾਰ ਆ ਜਾਂਦੀ ਹੈ, ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ। ਇਹ ਸਰਕਾਰ ਆਣ ਕੇ ਉਸ ਪ੍ਰੋਜੈਕਟ ਨੂੰ ਥੋੜਾ ਵੱਡਾ ਕਰ ਦਿੰਦੀ ਹੈ। 2000 ਮੈਗਾਵਾਟ ਤੋਂ ਜਿਹੜਾ ਉਹ 3380 ਮੈਗਾਵਾਟ ਕਰ ਦਿੰਦੀ ਆ। ਤੇ ਹੁਣ ਕੀ ਹੈ, ਜੇ 3380 ਹੋ ਗਿਆ ਫਿਰ ਆਪਣੇ ਮੁਤਾਬਕ ਕੁਝ ਨਿਯਮਾਂ ਦੀਆਂ ਤਬਦੀਲੀਆਂ ਵੀ ਕੀਤੀਆਂ ਜਾ ਸਕਦੀਆਂ। ਉਹ ਨਿਯਮਾਂ ਦੀਆਂ ਤਬਦੀਲੀਆਂ ਇਸ ਤਰੀਕੇ ਨਾਲ ਕੀਤੀਆਂ ਗਈਆਂ ਕਿ ਜਿਹੜੀ ਸਸਤੀ ਬਿਜਲੀ ਮਿਲਣੀ ਸੀ ਪੰਜਾਬ ਦੇ ਲੋਕਾਂ ਨੂੰ, ਉਹਦੇ ਬਦਲੇ ਦੇ ਵਿੱਚ ਮਹਿੰਗੀ ਬਿਜਲੀ ਮਿਲੀ ਆ। ਔਰ ਹਾਲਾਤ ਇਹ ਨੇ ਕਿ ਅਜੇ 25 ਸਾਲ ਜਿੱਦਾਂ ਦੇ ਐਗਰੀਮੈਂਟ ਹੋਇਆ, ਦੱਸਿਆ ਜਾ ਰਿਹਾ ਜਿੱਦਾਂ ਦੇ ਐਗਰੀਮੈਂਟ ਹੋਇਆ, ਅਜੇ 25 ਸਾਲ ਏਦਾਂ ਹੀ ਬਿਜਲੀ ਦੇ ਝਟਕੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਸਹਿਣਗੇ, ਜਿਹਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ 8 ਤੋਂ 10 ਸਾਲ ਜਿਹੜੇ ਆ ਉਹ ਨਿਕਲ ਚੁੱਕੇ ਆ ਤੇ ਬਾਕੀ ਇੰਨੀ ਕੀ ਅੱਧੀ ਤੋਂ ਵੱਧ ਟਰਮ ਜਿਹੜੀ ਆ ਅਜੇ ਇਹਨਾਂ ਝਟਕਿਆਂ ਦੀ ਬਾਕੀ ਹੈਗੀ ਆ, ਕਿਉਂਕਿ ਐਗਰੀਮੈਂਟ ਇਹੋ ਜਿਹਾ ਹੋਇਆ। ਜਦ ਕਿ ਜੀ ਪਰ ਜਦੋਂ ਇਹ ਤਾਂ ਆਪਾਂ ਸਾਰਿਆਂ ਨੇ ਪੜ੍ਹਿਆ ਸੀ, ਕਾਫੀ ਚਰਚਾ ਹੋਈ ਸੀ, ਚੋਣਾਂ ਵਿੱਚ ਵੀ ਚਰਚਾ ਹੋਈ ਸੀ। ਪਰ ਸਵਾਲ ਪਰ ਇੱਥੇ ਇਹ ਹੈ ਜਸਵੀਰ ਜੀ ਕਿ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਬਿਜਲੀ ਸਮਝੌਤੇ ਰੱਦ ਕੀਤੇ ਜਾਣਗੇ। ਹਾਲਾਂਕਿ ਸਰਕਾਰ ਬਣਨ ਤੋਂ ਬਾਅਦ ਜਾਖੜ ਸਾਹਿਬ ਨੇ ਬਹੁਤ ਦਾਅਵੇ ਕੀਤੇ ਸੀ। ਜਾਖੜ ਸਾਹਿਬ ਚਿੱਠੀਆਂ ਵੀ ਲਿਖ ਚੁੱਕੇ, ਮੀਡੀਆ ਵਿੱਚ ਆ ਕੇ ਵੀ ਕਿਹਾ ਕਿ ਇਹ ਸਮਝੌਤੇ ਰੱਦ ਹੋਣ। ਪਰ ਸਵਾਲ ਇਹ ਹੈ ਕਿ ਹਾਲੇ ਤੱਕ ਇਹ ਸਮਝੌਤੇ ਰੱਦ ਕਿਉਂ ਨਹੀਂ ਹੋਏ? ਕਾਨੂੰਨੀ ਨੁਕਤੇ, ਉਹ ਸਮਝੌਤੇ ਜਿਹੜੇ ਸਰਕਾਰੀ ਤੌਰ ਤੇ ਕੀਤੇ ਆ, ਅਸ਼ਟਾਮਾਂ ਦੇ ਉੱਤੇ ਦਸਤਖਤ ਕੀਤੇ ਆ, ਇਹ ਰੈਲੀਆਂ ਦੇ ਵਿੱਚ ਜਾ ਕੇ ਤੇ ਜਿੰਨਾ ਮਰਜ਼ੀ ਰੌਲਾ ਪਾ ਲੈਣ। ਰੈਲੀਆਂ ਦੇ ਵਿੱਚ ਤਾਂ ਇਹ ਵੀ ਕਹਿੰਦੇ ਸੀ ਨਾ, ਇਹ ਕੈਪਟਨ ਸਾਹਿਬ, ਜਾਖੜ ਹੋਰੀ, ਬਾਜਵਾ ਹੋਰੀ, ਉਹ ਫਲਾਣੇ ਨੂੰ ਚੱਕ ਕੇ ਅਸੀਂ ਜੇਲ੍ਹ 'ਚ ਦੇ ਦੇਣਾ ਆ, ਇੰਨੇ ਦਿਨਾਂ 'ਚ ਆਹ ਕਰ ਦੇਣਾ ਆ, ਓਨੇ ਦਿਨਾਂ 'ਚ ਉਹ ਕਰ ਦੇਣਾ ਆ, ਬਹੁਤ ਕੁਝ ਕਿਹਾ ਸੀਗਾ। ਕਿੰਨਾ ਕੁ ਹੋ ਗਿਆ? 3 ਸਾਲ ਤੋਂ ਵੱਧ ਸਮਾਂ ਬੀਤ ਗਿਆ। ਕਿੰਨਾ ਕੁ ਹਕੀਕਤ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਹਿ ਸਕਦੇ ਕਿ ਸਾਡੇ ਸਾਹਮਣੇ ਨਜ਼ਰ ਆਈਆਂ? ਕੁਝ ਨਹੀਂ ਨਜ਼ਰ ਆਇਆ। ਕਾਗਜ਼ਾਂ ਦੇ ਵਿੱਚ ਜੋ ਕਾਨੂੰਨੀ ਨੁਕਤਿਆਂ ਦੇ ਮੁਤਾਬਕ ਕੀਤਾ ਜਾਂਦਾ ਆ, ਉਹ ਕੁਝ ਹੋਰ ਹਕੀਕਤ ਹੁੰਦੀ ਹੈ। ਜਿਹੜੀ ਲੋਕਾਂ ਦੇ ਵਿੱਚ ਬਿਆਨਬਾਜ਼ੀਆਂ ਦੇ ਨਾਲ ਕੀਤੀ ਜਾਂਦੀ ਆ, ਉਹ ਹਕੀਕਤ ਜਿਹੜੀ ਆ ਉਹ ਕੋਈ ਹੋਰ ਹੁੰਦੀ ਆ। ਹਾਥੀ ਦੇ ਦੰਦ ਖਾਣ ਲਈ ਹੋਰ ਤੇ ਦਿਖਾਉਣ ਲਈ ਹੋਰ। ਇਹ ਸਾਡੇ ਸਿਆਸਤਦਾਨਾਂ ਨੇ ਸਾਨੂੰ ਦੱਸ ਦਿੱਤਾ ਹੈ ਕਿ ਉਹ ਬਿਆਨਬਾਜ਼ੀਆਂ ਕਿਸੇ ਹੋਰ ਤਰੀਕੇ ਦੀਆਂ ਕਰਦੇ ਆ, ਪਰ ਅਸਲ ਦੇ ਵਿੱਚ ਹਕੀਕਤ ਕੋਈ ਹੋਰ ਹੁੰਦੀ ਆ। ਨਹੀਂ ਤਾਂ ਜੇ ਇਸ ਬਿਜਲੀ ਸਮਝੌਤੇ ਨੂੰ ਰੱਦ ਕਰਨਾ ਹੁੰਦਾ ਤੇ ਟਾਈਮ ਲੱਗਣਾ ਸੀਗਾ। ਜਿੰਨੀ ਸਰਕਾਰ ਦੇ ਵਿੱਚ ਗਿਣਤੀ ਆ ਵਿਧਾਇਕਾਂ ਦੀ ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ, ਉਹਦੇ ਨਾਲ ਤਾਂ ਜਿੱਦਾਂ ਦਾ ਮਰਜ਼ੀ ਫੈਸਲਾ ਲੈ ਸਕਦੇ, ਬਾਕੀ ਫੈਸਲੇ ਨਹੀਂ ਲੈਂਦੇ। ਬਾਕੀ ਜਦੋਂ ਵਿਰੋਧੀ ਧਿਰਾਂ ਹੋ ਹੱਲਾ ਕਰਦੀਆਂ, ਵਿਧਾਨ ਸਭਾ ਤੋਂ ਬਾਹਰ ਨਿਕਲ ਜਾਂਦੀਆਂ, ਕੀ ਕਾਂਗਰਸ ਦੀ ਸਰਕਾਰ ਆਪਣਾ ਕੰਮ ਬੰਦ ਕਰ ਦਿੰਦੀ ਹੈ? ਨਹੀਂ, ਤਮਾਮ ਬਿੱਲ, ਤਮਾਮ ਮਤੇ ਜੋ ਉਹਨਾਂ ਨੂੰ ਲੱਗਦਾ ਕਿ ਸਾਨੂੰ ਸੂਟ ਕਰਦਾ, ਉਹ ਸਾਰੇ ਪਾਸ ਕੀਤੇ ਜਾਂਦੇ ਆ। ਲੋਕ ਭਲਾਈ ਦੇ ਕੁਝ ਕੰਮ ਵੀ ਉਹਦੇ ਵਿੱਚ ਹੋ ਜਾਂਦੇ ਆ। ਤੇ ਇਸ ਸਭ ਦੇ ਉੱਤੇ ਵੀ ਕੁਝ ਨਾ ਕੁਝ ਕੀਤਾ ਜਾ ਸਕਦਾ ਸੀਗਾ। ਐਡਵੋਕੇਟ ਜਨਰਲ ਨੇ ਕਿਹਾ ਹੈ ਕਿ ਜਦੋਂ ਤੁਸੀਂ ਵਾਈਟ ਪੇਪਰ ਲਿਆਓਗੇ ਨਾ, ਆ ਜਿਹੜੀਆਂ ਮੈਂ ਤਜਵੀਜ਼ਾਂ ਦਿੱਤੀਆਂ ਤੁਹਾਨੂੰ, ਕਾਨੂੰਨੀ ਨੁਕਤੇ ਦੱਸਿਆ ਕਿ ਇਸ ਬਿਜਲੀ ਸਮਝੌਤੇ ਦੇ ਵਿੱਚ ਕਿੱਥੇ ਕਿੱਥੇ ਕਿਹੜੀ ਜਿਹੜੀ ਆ ਉਹ ਮੀਨ ਮੇਖ ਹੈਗੀ ਆ, ਉਦੋਂ ਵਾਈਟ ਪੇਪਰ ਦੇ ਵਿੱਚ ਇਹਨਾਂ ਗੱਲਾਂ ਨੂੰ ਵੀ ਸ਼ਾਮਲ ਜ਼ਰੂਰ ਕਰਿਓ। ਹੁਣ ਐਡਵੋਕੇਟ ਜਨਰਲ ਸਾਹਿਬ ਨੇ ਇਹ ਕਾਨੂੰਨੀ ਸਲਾਹ ਤਾਂ ਦੇ ਦਿੱਤੀ ਹੈ, ਪਰ ਸਮੱਸਿਆ ਇਹ ਹੈ ਕਿ ਐਡਵੋਕੇਟ ਜਨਰਲ ਸਾਹਿਬ ਨੇ ਜਿੱਦਾਂ ਕੇਸ ਹਾਰੇ ਆ ਅਦਾਲਤਾਂ ਦੇ ਵਿੱਚ ਜਾ ਕੇ, ਜਿੱਦਾਂ ਸੁਨੀਲ ਜਾਖੜ ਹੋਰਾਂ ਨੇ ਇੱਕ ਵਾਰੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਸੀਗਾ, ਕਹਿੰਦੇ ਤੁਸੀਂ ਹਰੇ ਤਾਂ ਨਾ ਗਿਣਾਓ, ਉਹ ਬਹੁਤ ਗਿਣਨੇ ਪੈਣੇ, ਜਿੱਤੇ ਹੋਏ ਮੈਨੂੰ ਗਿਣਾ ਦਿਓ, ਕਿੰਨੇ ਜਿੱਤੇ ਆ ਤੁਸੀਂ ਕੇਸ, ਅਸੀਂ ਤੁਹਾਡੇ ਤੇ ਲੱਖਾਂ ਰੁਪਈਆ ਖਰਚ ਕਰਦੇ ਆ ਤੇ ਤੁਸੀਂ ਸਰਕਾਰ ਨੂੰ ਕੀ ਦਿੱਤਾ? ਨੱਕ ਬਚਾਈ ਕਿੱਥੇ ਆ? ਕਟਾਈ ਤਾਂ ਬਥੇਰੀਆਂ ਥਾਵਾਂ ਦੇ ਉੱਤੇ ਆ। ਐਡਵੋਕੇਟ ਜਨਰਲ ਸਾਹਿਬ ਜੇ ਇੰਨੇ ਸੰਜੀਦਾ ਨੇ ਤੇ ਉਹਨਾਂ ਨੂੰ ਸ਼ੁਰੂ ਤੋਂ ਹੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪੰਜਾਬ ਦਾ ਪੱਖ ਅਦਾਲਤਾਂ ਦੇ ਵਿੱਚ ਵੀ, ਜਿਹੜੀ ਪਾਵਰ ਅਥਾਰਟੀ ਆ ਉਹਦੇ ਅੱਗੇ ਵੀ ਇਸ ਤਰੀਕੇ ਨਾਲ ਰੱਖਣਾ ਚਾਹੀਦਾ ਸੀਗਾ ਕਿ ਲੋਕਾਂ ਦੇ ਉੱਤੇ ਬੋਝ ਨਾ ਪੈਂਦਾ। ਮਸਲਾ ਇਹ ਹੈ ਨਾ ਕਿ ਇਹਨਾਂ ਲੀਡਰਾਂ ਦੀਆਂ ਜੇਬਾਂ ਚੋਂ ਕੁਝ ਨਹੀਂ ਨਿਕਲਦਾ। ਹੁਣ ਜੇ
ਮਹਿੰਗੀ ਬਿਜਲੀ ਹੋਏਗੀ, ਇਹਨਾਂ ਨੂੰ ਤਾਂ ਮੁਫਤ 'ਚ ਮਿਲਦਾ ਸਾਰਾ ਕੁਝ। ਬਿਜਲੀ ਇਹਨਾਂ ਦੀ ਮੁਫਤ ਹੈ, ਇਹਨਾਂ ਨੂੰ ਬਿੱਲ ਆਉਣਾ ਨਹੀਂ ਆ, ਲੋਕਾਂ ਨੂੰ ਆਉਣਾ ਨਾ ਬਿੱਲ। ਮਹਿੰਗੀ ਹੋ ਗਈ ਤੇ ਮਹਿੰਗੀ ਦਾ ਬੋਝ ਲੋਕ ਚੁੱਕਣਗੇ, ਇਹਨਾਂ ਦਾ ਤਾਂ ਕੁਝ ਨਹੀਂ ਜਾਂਦਾ ਨਾ। ਮਸਲਾ ਇਹੀ ਹੈ ਕਿ ਕੱਲ ਕੋਈ ਜੁਰਮਾਨਾ ਲੱਗਦਾ ਹੈ, ਕੱਲ ਕੁਝ ਮਹਿੰਗਾਈ ਹੁੰਦੀ ਹੈ, ਉਹਦਾ ਸਿੱਧਾ ਬੋਝ ਆਮ ਲੋਕਾਂ ਤੇ ਪੈਂਦਾ, ਇਹਨਾਂ ਨੂੰ ਕੋਈ ਅਸਰ ਨਹੀਂ ਪੈਂਦਾ। ਮੈਂ ਕਹਿੰਦਾ ਕਿ ਜਿੰਨਾ ਬੋਝ ਲੋਕਾਂ ਤੇ ਪੈਂਦਾ ਉਦੋਂ ਡਬਲ ਇਹਨਾਂ ਦੇ ਉੱਤੇ ਪਾ ਦਿਓ ਨਾ, ਆ ਦੇਖ ਲਿਓ ਸਾਰੀਆਂ ਚੀਜ਼ਾਂ ਦਰੁਸਤ ਹੋ ਜਾਣੀਆਂ, ਟਿਕਾਣੇ ਤੇ ਹੋ ਜਾਣੀਆਂ। ਜੇ ਲੋਕਾਂ ਨੂੰ ਉਹਦਾ ਜੁਰਮਾਨਾ ਸਹਿਣਾ ਪੈਂਦਾ ਤੇ ਇਹਨਾਂ ਨੂੰ ਜੁਰਮਾਨਾ ਡਬਲ ਕਰ ਦਿਓ, ਦੇਖਿਓ ਸਾਰੀਆਂ ਚੀਜ਼ਾਂ ਦਰੁਸਤ ਹੋ ਜਾਣੀਆਂ। ਮੁਫਤ 'ਚ ਮਿਲਦਾ ਹੈ ਨਾ, ਇਸ ਕਰਕੇ ਆਪਣੇ ਤਰੀਕੇ ਨਾਲ ਜਿਹੜੀਆਂ ਉਹ ਨੀਤੀਆਂ ਵੀ ਬਣਦੀਆਂ ਨੇ ਤੇ ਆਪਣੇ ਤਰੀਕੇ ਨਾਲ ਸਾਂਝ ਭਿਆਲੀਆਂ ਵੀ ਕੰਪਨੀਆਂ ਨਾਲ ਪੈ ਜਾਂਦੀਆਂ ਨੇ ਕਿ ਇੰਨਾ ਕੁ ਸਾਨੂੰ ਦੇ ਦਿਓ, ਬਾਕੀ ਇੰਨਾ ਕੁ ਲੋਕਾਂ ਚੋਂ ਕੱਢ ਲਓ ਨਿਚੋੜ ਕੇ ਤੇ ਤੁਹਾਡਾ ਜਿਹੜਾ ਆ ਉਹ ਜੇਬ ਤੁਹਾਡੀ ਭਰ ਜਾਏਗੀ। ਸੋ ਪ੍ਰਸਥਿਤੀਆਂ ਇਹੀ ਨੇ ਕਿ ਥੋੜਾ ਸੰਜੀਦਗੀ ਨਾਲ ਕੰਮ ਕਰਨ ਦੀ ਲੋੜ ਹੈ। ਜੇ ਵਾਈਟ ਪੇਪਰ ਆਉਂਦਾ ਤੇ ਪਤਾ ਲੱਗੇਗਾ ਕਿ ਉਹਦੇ ਵਿੱਚ ਅਸਲ ਦੇ ਵਿੱਚ ਸੱਚੀਓ ਅਫਸਰ ਹੀ ਜ਼ਿੰਮੇਵਾਰ ਸੀਗੇ ਦੱਸੇ ਜਾਂਦੇ ਵਾਈਟ ਪੇਪਰ ਦੇ ਮੁਤਾਬਕ, ਜਾਂ ਕੁਝ ਸਿਆਸਤਦਾਨਾਂ ਦੇ ਨਾਮ ਵੀ ਲੈ ਜਾਂਦੇ ਆ। ਜੀ ਬਿਲਕੁਲ, ਤੁਹਾਡੀ ਇਸ ਗੱਲ ਤੋਂ ਮੈਨੂੰ ਬਿਆਨ ਚੇਤ ਆ ਗਿਆ, ਜਿਹੜੇ ਕੇਂਦਰੀ ਵਿੱਤ ਮੰਤਰੀ ਉਹਨਾਂ ਦਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਪਿਆਜ਼ ਬਹੁਤ ਮਹਿੰਗੇ ਨੇ ਤਾਂ ਉਹਨਾਂ ਨੇ ਕਿਹਾ ਸੀ ਵੀ ਮੈਂ ਤਾਂ ਪਿਆਜ਼ ਵਰਤਦੀ ਨਹੀਂ, ਮੈਨੂੰ ਕੋਈ ਪਤਾ ਨਹੀਂ। ਸੋ ਖੈਰ ਗੱਲਾਂ ਉਹੀ ਨੇ ਕਿ ਜੇਕਰ ਲੀਡਰਾਂ ਦੀ ਤੇ ਆਪਦੇ ਤੇ ਵੀ ਉਹ ਹਾਲਾਤ ਹੋਣ ਤਾਂ ਜ਼ਰੂਰ ਇਸ ਬਾਰੇ ਉਹ ਕਰਨਗੇ। ਖੈਰ ਜਸਵੀਰ ਜੀ, ਆਪਣਾ ਅੱਜ ਦਾ ਸਮਾਂ ਖਤਮ ਹੁੰਦਾ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਲਈ ਤੇ ਵਿਚਾਰ ਚਰਚਾ ਕਰਨ ਲਈ। ਸ਼ੁਕਰੀਆ ਮਨਦੀਪ ਜੀ। ਸੋ ਇਹ ਸੀ ਅੱਜ ਦੀ ਖਾਸ ਪੇਸ਼ਕਸ਼ ਤੇ ਕਾਫੀ ਗੰਭੀਰਤਾ ਨਾਲ ਤੇ ਕਾਫੀ ਗਹਿਰਾਈ ਨਾਲ ਖਬਰਾਂ ਤੇ ਚਰਚਾ ਹੋਈ ਹੈ ਜੋ ਕਿ ਪੰਜਾਬ ਦੇ ਅਹਿਮ ਮੁੱਦੇ ਨੇ। ਕੱਲ ਨੂੰ ਫਿਰ ਇਸੇ ਤਰ੍ਹਾਂ ਫਿਰ ਇਕੱਠੇ ਹੋਵਾਂਗੇ ਤੇ ਫਿਰ ਕਰਾਂਗੇ ਖਬਰਾਂ ਤੇ ਚਰਚਾ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।